पग पंकज बंदन सिमरो अंगद दोख निकंदन। अमरदास गुर हृदय त्यावो, हृदय त्यावो। श्री गुरु रामदास गुण गावो, श्री अर्जन बिघ्नन के नाशक, बिघ्नन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला जी, कृपाला। श्री गुरु गोबिंद सिंह बिसाला। तरों तरा पर पुन पुन सीसा, पुन पुन सीसा। बंदों बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह बिघ्न विनाशन सोए। धन धन सच्चे पातशाह गरीब नवाज दीन दुनिया दे मालक। चबर छत्र तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर। वाहिगुरु अकाल पुरख सबरूप सच्चे पातशाह दासां गरीबां सिखां सेवकां दी इज्जत रखण वाले, पत रखण वाले, दया करन वाले, रहमतां करन वाले। हाजरा हजूर गुरु जहरा जहूर सर्व कला भारपूर अंतरजामी सच्चे पातशाह सतगुरु जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के कहो जी धन धन श्री गुरु ग्रंथ साहिब जी महाराज। 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 सतगुरु जी दी महान पवित्र पावन हाजरी विखे सुभाएमान संगत जी। आप जी बड़े ही प्यार नाल सतगुरु जी की पावन पवित्र हाजरी विच सज के बैठे हो। गुरबाणी जी का रस भिन्ना कीर्तन आप जी सरवण कर रहे सीगे। कुछ समा गुरु साहब जी का महान पवित्र इतिहास आपां ने सरवण करना है। प्यार दे नाल सारियां संगतां दोवें हाथ जोड़ के गज के फतेह बुलाओ जी। वाहिगुरु जी का खालसा वाहिगुरु जी की फतेह। हजूर गरीब नवाज सच्चे पातशाह धरन गगन नवखंड मह जोत स्वरूपी रहियो भर। भन मथुरा कछ भेद नहीं गुर अर्जन परतख हर। परतख हर आप हरि दा स्वरूप, आप परमेश्वर, आप रब सच्चे पातशाह
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਬੈਠ ਕੇ ਬੇਅੰਤ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ, ਰਹਿਮਤਾਂ ਕਰ ਰਹੇ ਹਨ, ਬਖਸ਼ਿਸ਼ਾਂ ਕਰ ਰਹੇ ਹਨ। ਆਪ ਜੀ ਨੇ ਸਰਵਣ ਕੀਤਾ ਕਿਸ ਤਰੀਕੇ ਦੇ ਨਾਲ ਮਹਾਰਾਜ ਨੇ ਉਸ ਖਿਡਾਵੇ ਨੂੰ ਆਖਿਆ, ਇਹ ਗੱਲਾਂ ਸਾਰੀਆਂ ਤੂੰ ਬਾਬੇ ਪ੍ਰਿਥੀਏ ਦੇ ਮੁਖ ਤੇ ਕਹਿਣੀਆਂ ਨੇ। ਉਹ ਖਿਡਾਵਾ ਮੰਨ ਗਿਆ ਵੀ ਮੈਂ ਸਭ ਕੁਝ ਬਾਬਾ ਪ੍ਰਿਥੀਆ ਜੀ ਦੇ ਮੁਖ ਤੇ ਕਹਾਂਗਾ। ਸਾਧ ਸੰਗਤ ਜੀ, ਫਿਰ ਆਪ ਜੀ ਨੇ ਸੁਣਿਆ ਮਹਾਰਾਜ ਜੀ ਨੇ ਬਾਬਾ ਪ੍ਰਿਥੀਆ ਜੀ ਨੂੰ ਘਰ ਸੱਦ ਕੇ ਸਭ ਕੁਝ ਪੁੱਛਿਆ, ਪਰ ਬਾਬਾ ਪ੍ਰਿਥੀਆ ਜੀ ਮੁੱਕਰ ਗਏ ਜੀ। ਬਹੁਤ ਮਾੜੇ ਚੰਗੇ ਬੋਲੇ ਜੀ ਉਹਨਾਂ ਨੇ। ਪਰ ਮੈਂ ਫਿਰ ਬੇਨਤੀ ਕਰ ਰਿਹਾ, ਬਾਬਾ ਪ੍ਰਿਥੀਆ ਜੀ ਗੁਰੂ ਕੀ ਕੁੱਲ ਨੇ ਜੀ, ਗੁਰੂ ਕੀ ਸੰਤਾਨ ਹਨ। ਐਵੇਂ ਨਹੀਂ ਕਥਾ ਸੁਣ ਕੇ ਬਾਬੇ ਪ੍ਰਿਥੀਆ ਜੀ ਦੇ ਪ੍ਰਤੀ ਮਨ 'ਚ ਨਫ਼ਰਤ ਨਹੀਂ ਲੈ ਕੇ ਆਉਣੀ ਜੀ। ਕਿਉਂ? ਇਹ ਸਾਰਾ ਕੁਝ ਖੇਡ ਮਾਲਕ ਪਰਮੇਸ਼ਰ ਦਾ ਹੈ। ਜਿਹੋ ਜੀ ਕਿਸੇ ਨੂੰ ਰੋਲ ਮਿਲਦਾ ਹੈ ਨਾ, ਉਹ ਉਹੋ ਜਿਹਾ ਹੀ ਰੋਲ ਕਰਦਾ ਹੈ ਜੀ। ਬਾਬਾ ਪ੍ਰਿਥੀਆ ਜੀ ਨੂੰ ਰੋਲ ਰੱਬ ਵੱਲੋਂ ਇਹੋ ਜਿਹਾ ਦਿੱਤਾ ਗਿਆ, ਉਹ ਆਪਣਾ ਰੋਲ ਕਰ ਰਹੇ ਨੇ ਜੀ। ਬਾਬਾ ਪ੍ਰਿਥੀਆ ਜੀ ਨੇ ਬਹੁਤ ਬੁਰੇ ਭਲੇ ਬੋਲੇ ਜੀ, ਇੰਨੇ ਜ਼ਿਆਦਾ ਬੁਰੇ ਭਲੇ ਬੋਲੇ ਵੀ ਇੱਕ ਸਿੱਖ ਦੀ ਜ਼ੁਬਾਨ ਕੰਬ ਜਾਂਦੀ ਹੈ। ਅਸੀਂ ਗੁਰੂ ਜੀ ਦੇ ਸਿੱਖ, ਅਸੀਂ ਇਹ ਬੋਲ ਨਹੀਂ ਸਕਦੇ ਜੀ। ਬਾਬਾ ਮਹਾਦੇਵ ਜੀ ਬਾਬੇ ਪ੍ਰਿਥੀਏ ਨੂੰ ਸਮਝਾਉਂਦੇ ਆ ਕਿ ਠੀਕ ਹੈ, ਤੂੰ ਉਮਰ ਵਿੱਚ ਉਹਨਾਂ ਤੋਂ ਵੱਡਾ ਹੋ ਸਕਦਾ ਹੈ, ਸੰਸਾਰੀ ਤੌਰ 'ਤੇ ਤੂੰ ਉਹਨਾਂ ਦਾ ਵੱਡਾ ਭਰਾ ਹੋਏਗਾ, ਪਰ ਚੇਤਾ ਰੱਖ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠੇ ਗੁਰੂ ਨਾਨਕ ਦੇਵ ਜੀ ਦਾ ਰੂਪ ਨੇ। ਪਰ ਬਾਬਾ ਪ੍ਰਿਥੀਆ ਜੀ ਨੇ ਇੱਕ ਨਹੀਂ ਮੰਨੀ ਜੀ। ਉਹ ਅੱਗੋਂ ਲੜਨ ਵਾਲੀਆਂ ਹੀ ਗੱਲਾਂ ਕਰਦੇ ਰਹੇ ਜੀ, ਲੜਨ ਵਾਲੀਆਂ ਗੱਲਾਂ ਕਰਦੇ ਰਹੇ। ਬਾਬਾ ਮਹਾਦੇਵ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆ ਕੇ ਵੇਖਿਆ, ਗੁਰੂ ਅਰਜਨ ਸਾਹਿਬ ਬਹੁਤ ਸ਼ਾਂਤੀ 'ਚ ਬੈਠੇ ਹੈ, ਬੜੇ ਪ੍ਰੇਮ ਦੇ ਨਾਲ ਬੈਠੇ। ਬਾਬਾ ਮਹਾਦੇਵ ਜੀ ਦਾ ਬੜਾ ਸਤਿਕਾਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀ। ਪਰ ਜਿਵੇਂ ਜਿਵੇਂ ਬੰਦੇ ਦੇ ਭਾਗ ਹੁੰਦੇ ਆ ਸਾਧ ਸੰਗਤ ਜੀ, ਸਾਰੀ ਖੇਡ ਉਵੇਂ ਹੀ ਵਰਤਦੀ ਹੈ ਜੀ। ਬਾਬਾ ਪ੍ਰਿਥੀਆ ਜੀ ਬਹੁਤ ਸਖਤ, ਬਹੁਤ ਕਠੋਰ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਨਰਮ ਹਨ, ਸ਼ਾਂਤੀ ਦੇ ਪੁੰਜ ਹਨ, ਰਹਿਮਤਾਂ ਤੇ ਬਖਸ਼ਿਸ਼ਾਂ ਦੇ ਨਾਲ ਭਰੇ ਹੋਏ ਨੇ। ਆਪ ਰੱਬ ਨੇ ਜੀ, ਆਪ ਰੱਬ ਨੇ ਜੀ। ਸੋ ਸੰਗਤ ਜੀ, ਆਪਾਂ ਇੱਥੋਂ ਤੱਕ ਸਾਰੀ ਕਥਾ ਸਰਵਣ ਕੀਤੀ ਹੈ। ਬਾਬਾ ਪ੍ਰਿਥੀਆ ਜੀ ਦੇ ਮਨ ਵਿੱਚ ਵੈਰ ਵਿਰੋਧ ਇੰਨਾ ਜ਼ਿਆਦਾ ਹੈ, ਉਹ ਫਿਰ ਸੁਲਹੀ ਖਾਨ ਦੇ ਕੋਲ ਗਏ ਜੀ। ਸੁਲਹੀ ਖਾਨ ਮੌਕੇ ਦਾ ਹਾਕਮ ਹੈ, ਬਾਦਸ਼ਾਹ ਦੇ ਨਾਲ ਬੜਾ ਨੇੜ ਹੈ ਉਹਦਾ, ਚੰਗੀਆਂ ਫੌਜਾਂ ਨੇ ਉਹਦੇ ਕੋਲ। ਸੁਲਹੀ ਖਾਨ ਨੂੰ ਜਾ ਕੇ ਸਾਰੀ ਗੱਲ ਦੱਸੀ ਵੀ ਮੇਰੇ ਨਾਲ ਈਰਖਾ ਹੋ ਰਹੀ ਹੈ। ਹਰ ਬੰਦਾ ਆਪਣਾ ਪੱਖ ਹੀ ਪੇਸ਼ ਕਰਦਾ ਹੈ, ਵਿਰੋਧੀ ਦਾ ਪੱਖ ਕਦੀ ਦੂਜੇ ਨੂੰ ਨਹੀਂ ਸੁਣਾਉਂਦਾ ਜੀ। ਸੁਲਹੀ ਖਾਨ ਨੇ ਫਿਰ ਸਾਧ ਸੰਗਤ ਦੀ ਸਾਰੀ ਗੱਲ ਸੁਣੀ ਹੈ। ਸੁਲਹੀ ਖਾਨ ਕਹਿੰਦਾ ਮੈਂ ਵੀ ਉਹਨਾਂ ਕੋਲ ਜਾਵਾਂਗਾ, ਪਰ ਸੁਲਹੀ ਖਾਨ ਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਜੀ। ਉਹਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਵੀ ਤੇ ਬਾਬੇ ਪ੍ਰਿਥੀਏ ਦੇ ਕੋਲੋਂ ਨਵਾਂ ਕੰਮ ਸ਼ੁਰੂ ਕਰਾਇਆ ਵੀ ਜੀ। ਉਹ ਅੱਜ ਕਥਾ ਦੇ ਵਿੱਚ ਆਏਗਾ। ਇਹਦੇ ਨਾਲ ਸੰਗਤ ਦੀ ਇਹ ਕਥਾ ਸੁਣ ਕੇ ਨਾ ਆਪ ਜੀ ਨੂੰ ਇਹ ਸੋਝੀ ਹੋਏਗੀ, ਅਸਲੀ ਅਸਲੀ ਹੈ ਤੇ ਨਕਲ ਨਕਲ ਹੀ ਹੈ ਜੀ। ਅਸਲ ਅਸਲ ਹੀ ਹੁੰਦੀ ਹੈ, ਨਕਲ ਨਕਲ ਹੀ ਹੁੰਦੀ ਹੈ। ਇਹ ਹੁਣ ਅੱਜ ਦੀ ਕਥਾ ਸੁਣ ਕੇ ਸਾਨੂੰ ਪਤਾ ਲੱਗੇਗਾ ਜੀ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਸਾਰੀਆਂ ਸੰਗਤਾਂ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇਹਰ ਜੋਗ ਰਾਮ ਇਹ ਪਾਤਸ਼ਾਹ ਦੀਨੋ ਮੋਹੇ, ਦੇਵੋ ਸੋਈ ਤੋਹੇ ਬਾਸ ਸੁਖ ਸੋ ਕਰੀਜੀਏ। ਸੁਲਹੀ ਖਾਨ ਨੇ ਆਖਿਆ ਵੀ ਤੂੰ ਅੰਮ੍ਰਿਤਸਰ 'ਚ ਰਹਿ ਹੀ ਨਾ। ਬਾਬਾ ਪ੍ਰਿਥੀਆ ਜੀ ਨੂੰ ਆਖਿਆ ਅੰਮ੍ਰਿਤਸਰ 'ਚ ਰਵੋ ਹੀ ਨਾ,
ਕਹਿਣ ਲੱਗਾ ਮੈਨੂੰ ਇੱਕ ਹੇਹਰ ਪਿੰਡ ਹੈ, ਉਹ ਮੈਨੂੰ ਵਾਹਿਗੁਰੂ ਜਹਾਂਗੀਰ ਬਾਦਸ਼ਾਹ ਨੇ ਦਿੱਤਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮੈਨੂੰ ਉਹ ਬਾਦਸ਼ਾਹ ਨੇ ਦਿੱਤਾ ਹੈ, ਤੂੰ ਮੇਰੇ ਕੋਲੋਂ ਉਹ ਪਿੰਡ ਲੈ ਲਾ, ਸਾਰੇ ਦਾ ਸਾਰਾ ਪਿੰਡ ਲੈ ਲਾ, ਤੇ ਉਸ ਪਿੰਡ ਵਿੱਚ ਜਾ ਕੇ ਆਪਣੀ ਮਰਜ਼ੀ ਦੇ ਨਾਲ ਰਹਿ। ਹਾਂਜੀ। ਕਰੋ ਗੁਜ਼ਰਾਨ ਸਿੱਖ ਸੰਗਤਾ ਮਹਾਨ ਹੋ ਹੈ, ਦੂਜਾ ਨਾ ਸਮਾਨ ਪੂਜਾ ਨਿਤ ਕਰ ਵੀਜੀਏ। ਕਹਿਣ ਲੱਗਾ ਉੱਥੇ ਤੂੰ ਗੁਰੂ ਬਣ ਕੇ ਬੈਠ ਜਾਈਂ, ਤੇਰੇ ਕੋਲ ਸੰਗਤਾਂ ਆਉਣਗੀਆਂ, ਉੱਥੇ ਦੂਜਾ ਕੋਈ ਤੇਰੀ ਕਿਵੇਂ ਬਰਾਬਰੀ ਕਰ ਲਏਗਾ। ਹਾਂਜੀ। ਪ੍ਰਿਥੀਆ ਸੁਨਤ ਮਨ ਆਨੰਦ ਉਪਾਇਓ ਬਾਹੋ। ਬਾਬਾ ਪ੍ਰਿਥੀਆ ਜੀ ਸੁਣ ਕੇ ਬੜੇ ਖੁਸ਼ ਹੋਏ ਵੀ ਇਹ ਗੱਲ ਵਧੀਆ ਹੈ, ਮੇਰਾ ਪਿੰਡ ਹੀ ਆਪਣਾ ਹੋਵੇ ਜੀ। ਚੇਤਾ ਰੱਖੋ, ਪਿੰਡ ਦੀ ਥਾਂ ਤੇ ਬੰਦਾ ਪੂਰਾ ਦੇਸ਼ ਆਪਣਾ ਬਣਾ ਲੇ। ਜੋ ਗੁਰੂ ਦੇ ਚਰਨਾਂ 'ਚ ਆਨੰਦ ਹੈ ਉਹ ਗੁਰੂ ਕੋਲ ਹੀ ਹੈਗਾ ਜੀ, ਉਹ ਦੂਜੇ ਕੋ ਥੋੜ੍ਹੀ ਹੈਗਾ ਜੀ ਕਿਸੇ ਕੋ। ਹਾਂਜੀ। ਸੁਲਹੀ ਸੋ ਭਾਖਿਓ ਮੇਰੇ ਬਾਕ ਕੋ ਸੁਨੀਜੀਏ। ਤੇ ਸੁਲਹੀ ਖਾਨ ਨੂੰ ਕਹਿਣ ਲੱਗਾ ਵੀ ਤੂੰ ਬਹੁਤ ਵਧੀਆ ਕੰਮ ਕੀਤਾ ਹੈ। ਹਾਂਜੀ। ਸੁਖੀ ਨਿਤ ਥੀਜੀਏ ਪ੍ਰਤਾਪ ਮੈਂ ਵਧੀਜੀਏ। ਸੁਲਹੀ ਖਾਨ ਨੂੰ ਬਾਬਾ ਪ੍ਰਿਥੀਆ ਜੀ ਆਸ਼ੀਰਵਾਦ ਵੀ ਦਿੰਦੇ ਆ ਵੀ ਤੂੰ ਸੁਖੀ ਹੋਵੇਂ, ਤੇਰਾ ਤੇਜ ਪ੍ਰਤਾਪ ਵਧੇ। ਹਾਂਜੀ। ਮਨੋਰਥ ਪੂਰੀ ਜੀਏ ਸਮੇਤ ਜਸ ਜੀਜੀਏ। ਤੇਰੀਆਂ ਇੱਛਾਵਾਂ ਪੂਰੀਆਂ ਹੋਣ ਤੇ ਗੁਰੂ ਕਿਰਪਾ ਕਰੇ, ਕਹਿਣ ਲੱਗੇ ਤੈਨੂੰ ਵੱਡਾ ਉਹਦਾ ਹੋਰ ਮਿਲੇ ਜੀ। ਸੁਲਹੀ ਖਾਨ ਨੂੰ ਬਾਬਾ ਪ੍ਰਿਥੀਆ ਜੀ ਨੇ ਆਸ਼ੀਰਵਾਦ ਦਿੱਤਾ ਜੀ। ਬਾਬੇ ਪ੍ਰਿਥੀਏ ਨੂੰ ਪੂਰੇ ਦਾ ਪੂਰਾ ਪਿੰਡ ਹੀ ਦੇ ਦਿੱਤਾ ਜੀ ਸੁਲਹੀ ਖਾਨ ਨੇ ਜੀ। ਹੇਹਰ ਪਿੰਡ ਸਾਧ ਸੰਗਤ ਜੀ, ਇਹ ਪਾਕਿਸਤਾਨ ਦੇ ਵਿੱਚ ਹੈਗਾ ਹੈ ਜੀ। ਇਹਨੂੰ ਹੇਰ ਵੀ ਕਹਿੰਦੇ ਆ ਤੇ ਹੇਹਰ ਵੀ ਕਹਿੰਦੇ ਆ ਜੀ। ਆਪਣੇ ਇਸ ਇਲਾਕੇ ਵਿੱਚ ਨਹੀਂ ਹੈਗਾ ਜੀ, ਇਹ ਪਾਕਿਸਤਾਨ ਦੇ ਵਿੱਚ ਹੈਗਾ ਜੀ। ਪਹਿਲਾਂ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਤੇ ਪਾਕਿਸਤਾਨ ਹੈਗਾ ਜੀ। ਹਾਂਜੀ। ਕਿਹੜਾ ਇੰਨੀ ਦੂਰ ਹੈਗਾ ਜੀ। ਹਾਂਜੀ। ਗੁਰੂ ਅੰਗ ਸੰਗ ਹੋਏ ਸੰਕਟ ਨਿਵਾਰੈ ਸੋਏ। ਹੁਣ ਗੱਲਾਂ ਤੇ ਸਭ ਨੇ ਯਾਦ ਕੀਤੀਆਂ ਹੁੰਦੀਆਂ ਨੇ ਨਾ। ਬਾਬਾ ਪ੍ਰਿਥੀਆ ਜੀ ਕਹਿੰਦੇ ਗੁਰੂ ਤੇਰੇ ਅੰਗ ਸੰਗ ਰਹੇ, ਤੇਰੇ ਸੰਕਟ ਦੂਰ ਕਰੇ ਸੁਲਹੀ ਖਾਨ। ਹਾਂਜੀ। ਬੜੋ ਉਪਕਾਰ ਜੋਏ ਮੇਰੇ ਪਰ ਠਾਨਿਓ। ਤੂੰ ਮੇਰੇ ਤੇ ਬੜਾ ਵੱਡਾ ਉਪਕਾਰ ਕੀਤਾ, ਮੈਨੂੰ ਜਗ੍ਹਾ ਹੀ ਆਪਣੀ ਵੱਖਰੀ ਦੇ ਦਿੱਤੀ ਹੈ। ਹਾਂਜੀ। ਦੀਨੋ ਸ਼ੁਭ ਗ੍ਰਾਮ ਕਰੋ ਬਾਸ ਬੇਕੋ ਧਾਮ ਇਹਾਂ। ਮੇਰਾ ਆਪਣਾ ਵੱਖਰਾ ਨਗਰ ਬਣ ਜਾਏਗਾ, ਮੈਂ ਘਰ ਬਣਾ ਕੇ ਰਵਾਂਗਾ। ਹਾਂਜੀ। ਆਠੋ ਜਾਮ ਤੇਰੀ ਸ਼੍ਰੇ ਮੁਖ ਤੇ ਬਖਾਨਿਓ। ਬਾਬਾ ਪ੍ਰਿਥੀਆ ਜੀ ਸੁਲਹੀ ਖਾਨ ਨੂੰ ਕਹਿਣ ਲੱਗੇ, ਸੁਲਹੀ ਖਾਨ ਅੱਠੇ ਪਹਿਰ ਮੈਂ ਰੱਬ ਕੋਲੋਂ ਤੇਰਾ ਭਲਾ ਮੰਗਿਆ ਕਰਾਂਗਾ। ਅੱਠੇ ਪਹਿਰ ਹੀ। ਹਾਂਜੀ। ਏਕ ਕਾਮ ਔਰ ਸੁਨ ਤਾਲ ਬਨਵਾਇਓ ਤਿੰਨ, ਆਏ ਸਿੱਖ ਸੰਗਤਾ ਮਹਾਨ ਹੀ ਸ਼ਨਾਨਿਓ। ਗੱਜ ਕੇ ਆਖੋ। ਤੇ ਬਾਬਾ ਪ੍ਰਿਥੀਆ ਕਹਿਣ ਲੱਗਾ, ਸੁਲਹੀ ਖਾਨ, ਬਾਬਾ ਪ੍ਰਿਥੀਆ ਜੀ ਨੇ ਆਖਿਆ ਜੀ, ਜਿੱਥੇ ਤੁਸੀਂ ਮੇਰੀ ਇੰਨੀ ਮਦਦ ਕੀਤੀ, ਇੱਕ ਮਦਦ ਹੋਰ ਕਰ ਦਿਓ। ਉਹ ਕਹਿੰਦੇ ਕਿ ਕਹਿਣ ਲੱਗਾ, ਮੇਰੇ ਛੋਟੇ ਭਰਾ ਨੇ ਨਾ ਸਰੋਵਰ ਬਣਾਇਆ। ਕਹਿਣ ਲੱਗਾ ਇੱਕ ਸਰੋਵਰ ਮੈਂ ਵੀ ਬਣਾਉਣਾ ਹੈ। ਆਖੋ ਵਾਹਿਗੁਰੂ। ਕਿੱਥੇ ਸੱਚੇ ਪਾਤਸ਼ਾਹ ਜੀ ਹੈ। ਗੁਰੂ ਸਾਹਿਬ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਹੈ ਜੀ। ਉੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਉਸ ਸਰੋਵਰ 'ਚ ਇਸ਼ਨਾਨ ਕਰਨ ਵਾਸਤੇ। ਹਾਂਜੀ। ਤੈਸੇ ਮੇਰੇ ਮਨ ਹੈ ਤੜਾਗ ਕੋ ਬਣਾਏ ਦੇਵ। ਮੇਰਾ ਵੀ ਜੀ ਕਰਦਾ ਹੈ ਵੀ ਮੈਂ ਵੀ ਇੱਕ ਉਹੋ ਜਿਹਾ ਹੀ ਤਲਾਬ ਬਣਾਵਾਂ, ਸਰੋਵਰ ਬਣਾਵਾਂ। ਭਲੀ ਇਹ ਬਾਤ ਹੈ ਮਨੋਰਥ ਉਠਾਨਿਓ। ਮੇਰੇ ਮਨ ਦਾ ਮਨੋਰਥ ਹੈ ਮੈਂ ਵੀ ਸਰੋਵਰ ਬਣਾਵਾਂ। ਸਰੋਵਰ ਭਾਵੇਂ ਕੋਈ ਵੀ ਬਣਾ ਕੇ ਬਹਿ ਜਾਏ, ਗੁਰੂ ਤੇ ਗੁਰੂ ਹੀ ਹੈ ਨਾ ਜੀ। ਹਾਂਜੀ। ਹੋ ਜੇ ਪ੍ਰਸੰਨ ਆਪ ਨਿਰਮਲ ਜਾਮੈ। ਹਾਂਜੀ। ਐਸੋ ਤਾਲ ਸੁੰਦਰ ਵਿਸਾਲ ਬਨ ਜਾਏ ਹੈ। ਤੇ ਵੇਖੋ, ਜਿਹੜਾ ਸਰੋਵਰ ਸੁਲਹੀ ਖਾਨ ਦੇ ਪੈਸਿਆਂ ਨਾਲ ਬਣੇਗਾ, ਜਿਹੜਾ ਸਰੋਵਰ ਸੁਲਹੀ ਖਾਨ ਬਣਵਾਏਗਾ, ਉਹਦੇ 'ਚ ਗੁਰੂ ਦੀ ਕਿਰਪਾ ਕਿਵੇਂ ਵਰਤੇਗੀ ਜੀ। ਕਹਿਣ ਲੱਗੇ ਤੁਸੀਂ ਖੁਸ਼ ਹੋਵੋ ਤੇ ਸਰੋਵਰ ਬਣਾਉਣ ਦਾ ਵੀ ਆਖੋ, ਮੈਨੂੰ ਭਾਵ ਵੀ ਮਾਇਆ ਦਿਓ। ਹਾਂਜੀ। ਸੁਲਹੀ ਨੇ ਭਨਿਓ ਇਹ ਨੀਕੀ ਬਾਤ ਠਾਨੀ ਚਿੱਤ। ਸੁਲਹੀ ਖਾਨ ਕਹਿਣ ਲੱਗਾ ਵੀ ਗੱਲ ਤੇ ਤੇਰੀ ਤੁਹਾਡੀ ਠੀਕ ਹੈ। ਕਹਿਣ ਲੱਗਾ
हाँ सब को सुखद है अनेक नर नहाए है। किन्ने मनुख इशनान करनगे, किन्नियां नूं सुख मिलेगा उस सरोवर चों। हाँ जी। खग मृग नीरपान पुन है महानिया को। फिर पंछी पानी पिया करनगे, एरा बड़ा वड्डा पुन लगेगा मैनू कहण लगा। हाँ जी। रचिए तड़ाग चारों भाग ते सुहाए है। कहण लगा हाँ बहुत सोहना, चारे पासे तो बहुत सोहना सरोवर बनाओ कहण लगा। हाँ जी। जैसे बड़ी संगता सो प्रेम ते शनाने तहां। हाँ जी। तैसो तेरो होए है सुजस परसाए है। गज के आखो। नाले सुलही खान नूं ने ਇਹ ਆਖਿਆ ਵੀ ਚਲੋ ਤੁਹਾਡਾ ਵੱਖਰਾ ਕੰਮ ਤੁਰ ਪਏਗਾ, ਤੁਸੀਂ ਆਪਣੇ ਵੱਖਰੇ ਹੋ ਜਾਓਗੇ, ਗੁਰੂ ਅਰਜਨ ਸਾਹਿਬ ਵੱਖਰੇ ਹੋਣਗੇ, ਤੁਹਾਡੇ 'ਚ ਵੈਰ ਵਿਰੋਧ ਨਹੀਂ ਵਧੇਗਾ। ਹਾਂਜੀ। ऐसे कह सुलही ने दीन सदरब तब। ਇਹ ਕਹਿ ਕੇ ਸੁਲਹੀ ਖਾਨ ਨੇ ਨਾਲੇ ਤੇ ਜ਼ਮੀਨ ਦਿੱਤੀ ਜੀ, ਨਾਲੇ ਕੋਲੋਂ ਮਾਇਆ ਦਿੱਤੀ ਜੀ, ਖੁੱਲੀ ਮਾਇਆ ਦਿੱਤੀ ਜੀ। मेरो पुन होए गो तड़ाग बन जाए है। ਕਹਿਣ ਲੱਗਾ ਜੇ ਤਲਾਬ ਬਣ ਗਿਆ ਪੁੰਨ ਤੇ ਮੈਨੂੰ ਹੀ ਲੱਗਣਾ ਹੈ। ਮਾਇਆ ਤੇ ਸੁਲਹੀ ਖਾਨ ਖਰਚ ਰਿਹਾ ਜੀ। ਹਾਂਜੀ। ਪ੍ਰਿਥੀਏ ਨੇ ਭਾਖ ਕਹਿ ਪਟਾ ਸੋ ਲਿਖਵਾਇਓ ਗ੍ਰਾਮ। ਪ੍ਰਿਥੀਏ ਨੇ ਫਿਰ ਆਖਿਆ ਸੁਲਹੀ ਖਾਨ ਨੂੰ ਵੀ ਖਾਨ ਸਾਹਿਬ ਫਿਰ ਇਸ ਪਿੰਡ ਦਾ ਪਟਾ ਮੇਰੇ ਨਾਮ ਕਰ ਦਿਓ। ਹਾਂਜੀ। ਰਚੇ ਨਿਜ ਧਾਮ ਕੀਨ ਬਾਸ ਸੁਖ ਪਾਏ ਹੈ। ਤੇ ਫਿਰ ਉੱਥੇ ਹੀ ਆਪਣਾ ਘਰ ਬਣਾ ਲਿਆ। ਬੀਬੀ ਕਰਮੋ ਜੀ ਨੂੰ ਵੀ ਉੱਥੇ ਲੈ ਗਏ ਤੇ ਅੰਮ੍ਰਿਤਸਰ ਛੱਡ ਦਿੱਤਾ ਜੀ ਉਹਨਾਂ ਨੇ ਜੀ, ਬਾਬਾ ਪ੍ਰਿਥੀਆ ਜੀ ਨੇ ਜੀ। ਆਪਣੇ ਪਿਤਾ ਜੀ ਦਾ ਵਸਾਇਆ ਹੋਇਆ ਨਗਰ ਛੱਡ ਦਿੱਤਾ ਜੀ, ਅੰਮ੍ਰਿਤਸਰ ਛੱਡ ਦਿੱਤਾ, ਹੇਹਰ ਵਿੱਚ ਜਾ ਕੇ ਰਹਿਣ ਲੱਗ ਪਏ ਜੀ। ਹਾਂਜੀ। ਆਵੇ ਲਗਵਾਏ ਨਿਤ ਠਾਨ ਤੋਂ ਉਪਾਏ ਬੜੋ। ਬੜੇ ਸਾਧ ਸੰਗਤ ਜੀ ਇੱਟਾਂ ਦੇ ਆਵੇ ਲਵਾਏ ਜੀ ਬਾਬਾ ਪ੍ਰਿਥੀਆ ਜੀ ਨੇ। ਹਾਂਜੀ। ਸਮਤਾ ਕੋ ਚਾਹੈ ਸੁਧਾ ਸਰ ਜਿਉ ਸੁਹਾਏ ਹੈ। ਤੇ ਸਮਤਾ ਚਾਹੁੰਦੇ ਆ, ਬਰਾਬਰਤਾ ਚਾਹੁੰਦੇ ਆ। ਕਿਹਦੀ ਬਰਾਬਰਤਾ ਕਰਨੀ ਚਾਹੁੰਦੇ ਆ? ਹਰਮੰਦਰ ਸਾਹਿਬ ਦੇ ਸਰੋਵਰ ਦੀ। ਵੀ ਹਰਮੰਦਰ ਸਾਹਿਬ ਦੇ ਬਰਾਬਰ ਇੱਕ ਮੈਂ ਵੀ ਆਪਣਾ ਹਰਮੰਦਰ ਸਾਹਿਬ ਬਣਾ ਲੈਣਾ, ਇੱਕ ਮੈਂ ਵੀ ਆਪਣਾ ਸਰੋਵਰ ਬਣਾ ਲੈਣਾ। ਹਾਂਜੀ। ਆਵੇਗੀ ਉਪਾਇਨ ਅਨੇਕ ਹੀ ਪ੍ਰਕਾਰ ਕਰ। ਨਾਲੇ ਵੇਖਿਆ ਹੀ ਨਾ ਵੀ ਉੱਥੇ ਭੇਟਾਵਾਂ ਬੜੀਆਂ ਆਉਂਦੀਆਂ ਨੇ, ਸੋਚਣ ਲੱਗੇ ਇੱਥੇ ਵੀ ਭੇਟਾਵਾਂ ਆਉਣਗੀਆਂ। ਹਾਂਜੀ। ਮੇਲ ਹੋਏ ਤੀਰਥ ਕੋ ਮਿਲੇ ਸੁਮਦਾਏ ਹੈ। ਮੈਂ ਵੀ ਤੀਰਥ ਰਚ ਦੇਣਾ ਹੈ ਕਹਿਣ ਲੱਗੇ। ਇੱਥੇ ਖੂਬ ਮਾਇਆ ਆਇਆ ਕਰੇਗੀ, ਮੇਲੇ ਲੱਗਿਆ ਕਰਨਗੇ, ਮੇਰੀ ਪੂਜਾ ਹੋਇਆ ਕਰੇਗੀ। ਸਾਧ ਸੰਗਤ ਚੇਤਾ ਰੱਖਿਓ, ਜਦੋਂ ਤੁਸੀਂ ਬਾਬਾ ਬਕਾਲਾ ਸਾਹਿਬ ਨੂੰ ਜਾਓ ਨਾ, ਬਾਬਾ ਬਕਾਲਾ ਸਾਹਿਬ ਨੂੰ, ਤੇ ਰਸਤੇ ਦੇ ਵਿੱਚ ਜਦੋਂ ਆਪਾਂ ਜੀਟੀ ਰੋਡ ਤੋਂ ਬਾਬਾ ਬਕਾਲਾ ਸਾਹਿਬ ਨੂੰ ਹੋਈਏ ਤੇ ਮਹਾਰਾਜ ਜੀ ਦੇ ਦਰਬਾਰ ਸਾਹਿਬ ਜਾਣ ਲੱਗਿਆਂ ਰਸਤੇ ਵਿੱਚ ਨਾ ਇੱਕ ਕਿਲਾ ਟਾਈਪ ਗੁਰਦੁਆਰਾ ਬਣਿਆ ਹੋਇਆ ਜੀ। ਉਹ ਗੁਰਦੁਆਰਾ ਨਹੀਂ ਹੈਗਾ ਜੀ, ਉਹ ਬਣਾਇਆ ਸੀ ਪੂਲੇ ਨੇ ਜੀ। ਹਾਂਜੀ। ਬੜੀ ਵੱਡਾ ਸਥਾਨ, ਬੜੀ ਵੱਡੀ ਬਿਲਡਿੰਗ ਹੈ। ਤੇ ਮੈਂ ਗੁਰਮੁਖਾਂ ਦੇ ਨਾਲ ਸਾਂ ਜੀ, ਤੋਂ ਲੰਘ ਰਹੇ ਸੀਗੇ ਜੀ। ਮੈਨੂੰ ਕਹਿਣ ਲੱਗੇ ਗਿਆਨੀ ਜੀ ਕਮਾਈਆਂ ਤੋਂ ਬਗੈਰ ਅਸਥਾਨ ਨਹੀਂ ਵਸਦੇ ਹੁੰਦੇ। ਕਹਿਣ ਲੱਗੇ ਕਮਾਈਆਂ ਕਿਹੜੀਆਂ ਜੀ? ਨੋਟਾਂ ਵਾਲੀਆਂ ਨਹੀਂ, ਪਰਮੇਸ਼ਰ ਦੇ ਨਾਮ ਦੀਆਂ। ਜੇ ਰੱਬ ਦਾ ਨਾਮ ਨਹੀਂ ਪੱਲੇ ਹੈਗਾ ਤੇ ਬਿਲਡਿੰਗ ਜਿੰਨੀ ਮਰਜ਼ੀ ਵੱਡੀ ਬਣਾ ਦੋ, ਉਹਨੇ ਤੀਰਥ ਥੋੜ੍ਹੀ ਬਣ ਜਾਣਾ ਜੀ। ਤੀਰਥ ਤਾਂ ਵਾਹਿਗੁਰੂ ਜੀ ਦੇ ਨਾਮ ਨਾਲ ਬਣਨਾ ਜੀ। ਸੋ ਬਾਬਾ ਜੀ ਬਿਲਡਿੰਗ ਬਣਾ ਕੇ ਦਰਬਾਰ ਸਾਹਿਬ ਦੀ ਬਰਾਬਰਤਾ ਕਰਨੀ ਚਾਹੁੰਦੇ ਹੈ। ਹਾਂਜੀ। ਦੋਹਰਾ ਲੱਗਿਓ ਕਰਾਵਨ ਤਾਲ ਕੋ ਧਰ ਉਤਸ਼ਾਹ ਵਿਸਾਲ। ਬੜਾ ਉਤਸ਼ਾਹ ਧਾਰਨ ਕੀਤਾ ਜੀ, ਬੜਾ ਮਨ ਵਿੱਚ ਚਾਉ ਧਾਰਨ ਕੀਤਾ ਵੀ ਆਪਾਂ ਇੱਕ ਸਰੋਵਰ ਵੱਖਰਾ ਬਣਾ ਦੇਣਾ ਆਪਣਾ ਜੀ। ਹਾਂਜੀ। ਖਰਚੈ ਦਰਬ ਸੋ ਸਰਬ ਕੋ ਗੁਰ ਕੀ ਮਤ ਸਰ ਨਾਲ। ਹਾਂ, ਗੁਰੂ ਜੀ ਨਾਲ ਈਰਖਾ ਰੱਖ ਕੇ ਨਾ ਜੀ ਬੜੀ ਮਾਇਆ ਖਰਚ ਰਹੇ ਆ ਜੀ। ਹੁਣ ਜਿਸ ਸਰੋਵਰ ਦੀ ਆਰੰਭਤਾ ਹੀ ਈਰਖਾ ਹੈਗੀ ਹੈ, ਉਹਦੇ 'ਚ ਇਸ਼ਨਾਨ ਕਰਕੇ ਕਿਸੇ ਦਾ ਰੋਗ ਕੀ ਰਾਜੀ ਹੋਏਗਾ ਜੀ।
श्री अर्जन के सम बनो करत पखंड अनेक। ਉਹ ਨਾ ਜੀ ਗੁਰੂ ਅਰਜਨ ਸਾਹਿਬ ਜੀ ਦੇ ਬਰਾਬਰ ਬਣਨਾ ਚਾਹੁੰਦੇ ਹੈ। ਇਸ ਕਰਕੇ ਸਰੋਵਰ ਦਰਬਾਰ ਸਾਹਿਬ ਇਹੋ ਜਿਹੀਆਂ ਚੀਜ਼ਾਂ ਬਣਾਉਣ ਦਾ ਫੁਰਨਾ ਬਣਾ ਰਹੇ ਨੇ। ਹਾਂਜੀ। ਅਜ਼ਮਤ ਪਾਵੈ ਕਹਾਂ ਤੇ ਗਿਆਨ ਬਹੀਨ ਬਵੇਕ। ਬਿਲਡਿੰਗ ਇਮਾਰਤ ਜਿੰਨੀ ਮਰਜ਼ੀ ਵੱਡੀ ਬਣਾ ਦੇਣ, ਪਰ ਕਰਾਮਾਤ ਕਿੱਥੋਂ ਪ੍ਰਾਪਤ ਕਰਨਗੇ? ਰਹਿਮਤਾਂ ਕਿੱਥੋਂ ਲੈ ਕੇ ਆਉਣਗੇ? ਬਖਸ਼ਿਸ਼ਾਂ ਕਿੱਥੋਂ ਲੈ ਕੇ ਆਉਣਗੇ ਜਿਹੜੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਹਨ ਜੀ? ਉਹ ਕਿਰਪਾ ਕਿੱਥੋਂ ਲੈ ਕੇ ਆਉਣਗੇ? ਦੋਹਰਾ ਸ਼੍ਰੀ ਗੁਰ ਸੋ ਮਤ ਸਰ ਧਰਤ ਰਚਤ ਦੰਭ ਬਹੁ ਭਾਂਤ। ਲਾਗ ਤੜਾਗ ਬਣਾਵਨੇ ਕਹਿ ਕਹਿ ਮਹਿਮਾ ਬਾਤ। ਆਪਣੇ ਚੇਲੇ ਇਕੱਠੇ ਕੀਤੇ, ਥੋੜੇ ਬਹੁਤੇ ਮਜ਼ਦੂਰ ਇਕੱਠੇ ਕੀਤੇ ਤੇ ਆਪੇ ਹੀ ਨਾ ਬਾਬਾ ਪ੍ਰਿਥੀਆ ਜੀ ਤਲਾਬ ਦੀ ਮਹਿਮਾ ਕਰਨ ਲੱਗੇ। ਕਹਿਣ ਲੱਗੇ ਜਿਹੜਾ ਇੱਥੇ ਤਲਾਬ ਬਣੇਗਾ ਉਹ ਦੁੱਖਾਂ ਨੂੰ ਦੂਰ ਕਰਿਆ ਕਰੇਗਾ। ਤੇ ਸਾਧ ਸੰਗਤ ਜੀ ਉਸ ਸਰੋਵਰ ਦਾ ਨਾਮ ਪਤਾ ਕੀ ਰੱਖਿਆ ਸੀਗਾ? ਦੁੱਖ ਨਿਵਾਰਨ। ਸਰੋਵਰ ਦਾ ਨਾਮ ਦੁੱਖ ਨਿਵਾਰਨ ਰੱਖਿਆ। ਹੁਣ ਤਾਂ ਨਹੀਂ ਉਹ ਹੈਗਾ, ਜਦੋਂ ਬਣਾਇਆ ਸੀਗਾ ਜੀ। ਉਹ ਸੁਣੋ ਸਾਰੀ ਕਥਾ। ਹਾਂਜੀ। ਨਿਸ਼ਾਨੀ ਛੰਦ ਖਰਚਤ ਦਰਬ ਵਿਸਾਲ ਕੋ ਆਵੇ ਲਗਵਾਏ। ਬਹੁਤ ਮਾਇਆ ਖਰਚ ਕੇ ਬਾਬਾ ਪ੍ਰਿਥੀਆ ਜੀ ਨੇ ਇੱਟਾਂ ਪਕਾਉਣ ਵਾਸਤੇ ਆਵੇ ਲਾਏ ਜੀ। ਫਰਕ ਬੜਾ ਹੈ ਜੀ। ਇੱਥੇ ਮਜ਼ਦੂਰ ਲੱਗੇ ਜੀ, ਉੱਥੇ ਭਾਈ ਬਹਿਲੋ ਜੀ ਵਰਗੇ ਬ੍ਰਹਮ ਗਿਆਨੀ ਲੱਗੇ ਸੀਗੇ ਜੀ। ਜਦੋਂ ਦਰਬਾਰ ਸਾਹਿਬ ਬਣਿਆ ਜੀ, ਸਰੋਵਰ ਬਣਿਆ, ਹਰਿਮੰਦਰ ਸਾਹਿਬ ਬਣਿਆ, ਉੱਥੇ ਭਾਈ ਬਹਿਲੋ ਜੀ ਵਰਗੇ ਬ੍ਰਹਮ ਗਿਆਨੀ ਲੱਗੇ ਸੀਗੇ ਜੀ। ਬ੍ਰਿੰਦ ਮਿਹਨਤੀ ਲੱਗ ਪਰੇ ਬਹੁਕਾਰ ਕਰਾਏ। ਬਾਬਾ ਪ੍ਰਿਥੀਆ ਜੀ ਨੇ ਮਿਹਨਤੀ ਬੰਦੇ ਲਾਏ ਜੀ। ਪੈਸੇ ਸੁਲਹੀ ਖਾਨ ਪਿੱਛੋਂ ਦਿੰਦਾ ਸੀਗਾ ਜੀ। ਬੜੇ ਮਿਹਨਤੀ ਬੰਦੇ ਲਾਏ ਜੀ, ਮਜ਼ਦੂਰ ਲਾਏ ਜੀ ਬੜੇ ਜੀ। ਖਾਨਿਓ ਤੁਰਤ ਬੜ ਤਾਲ ਕੋ ਮਿਰਤਕਾ ਨਿਕਸਾਈ। ਬੜਾ ਸਮਾਂ ਲੱਗਾ, ਫਿਰ ਵੀ ਬੜੀ ਛੇਤੀ ਕਰਾਈ ਜੀ ਬਾਬਾ ਜੀ ਨੇ। ਮਿੱਟੀ ਕਢਾਈ ਜੀ, ਥੱਲੋਂ ਪੁਟਾਈ ਕਰਾਈ ਜੀ। ਹੁਣ ਉੱਥੇ ਤੇ ਆਰੰਭਤਾ ਤੇ ਹੀ ਕੋੜੀ ਦਾ ਕੋੜ ਰਾਜੀ ਹੋਇਆ ਸੀਗਾ ਜੀ। ਹਰਿਮੰਦਰ ਸਾਹਿਬ ਮਹਾਨ ਤੀਰਥ ਹੈ, ਉਹਦੇ ਬਰਾਬਰ ਕੋਈ ਦੂਜਾ ਕਿਵੇਂ ਬਣ ਸਕਦਾ ਹੈ ਜੀ? ਜਦੋਂ ਮਹਾਰਾਜ ਨੇ ਕਹਿਤਾ ਡਿੱਠੇ ਸਭੇ ਥਾਵ ਨਹੀਂ ਦੁੱਧ ਜਿਹਾ, ਤੇ ਫਿਰ ਕਿਵੇਂ ਬਣ ਸਕਦਾ ਹੈ ਜੀ? ਹਾਂਜੀ। ਚਾਹੋਂ ਦਿਸ਼ ਤੇ ਇੱਕ ਸਾਰ ਕਰ ਚਿੰਨਤੀ ਲਗਵਾਈ। ਚਾਰੇ ਪਾਸਿਓਂ ਸਰੋਵਰ ਬਰਾਬਰ ਕੀਤਾ ਜੀ। ਕੋਨੇ ਨਾਲ ਕੋਨੇ ਮਿਲਾਏ ਗਏ, ਨੀਵਾਂ ਪੁੱਟਿਆ ਗਿਆ, ਡੂੰਘਾ ਪਟਾਇਆ ਜੀ ਬਾਬਾ ਪ੍ਰਿਥੀਆ ਜੀ ਨੇ। ਦਿਨ ਸਗਰੇ ਬੈਠਿਓ ਰਹਿ ਕਹਿ ਕਹਿ ਕਰਵਾਵੇ। ਸਾਰਾ ਦਿਨ ਲਾਗੇ ਮੰਜੀ ਤੇ ਬੈਠੇ ਰਹਿਣਾ ਤੇ ਲੋਕਾਂ ਨੂੰ ਆਖਣਾ, ਮਜ਼ਦੂਰਾਂ ਨੂੰ ਆਖਣਾ ਛੇਤੀ ਕਰੋ ਛੇਤੀ ਕਰੋ। ਦੇਤ ਮਜ਼ਦੂਰੀ ਸਾਂਝ ਕੋ ਭੁਨ ਸਾਰ ਲਗਾਵੇ। ਸ਼ਾਮ ਨੂੰ ਸਾਰਿਆਂ ਨੇ ਮਜ਼ਦੂਰੀ ਲੈਣੀ ਜੀ ਉਹਨਾਂ ਕੋਲੋਂ ਜੀ। ਦਿਨੇ ਫਿਰ ਕੰਮ ਸ਼ੁਰੂ ਹੋ ਜਾਣਾ ਜੀ। ਦਿਨੇ ਫਿਰ ਲੱਗ ਜਾਣਾ ਜੀ ਲੋਕਾਂ ਨੇ ਪਟਾਈ ਕਰਨ ਵਾਸਤੇ। ਮਜ਼ਦੂਰ ਬੰਦੇ ਨੂੰ ਤੇ ਪੈਸੇ ਚਾਹੀਦੇ ਆ ਜੀ। ਹਾਂਜੀ। ਗਨ ਕਾਰੀਗਰ ਚਿੰਤ ਹੈ ਸੁੰਦਰਤਾ ਸੰਗਾ। ਬੜੀ ਸੋਹਣੀ ਚਨਵਾਈ ਕਰਵਾਈ ਜੀ ਸਰੋਵਰ ਦੀ ਜੀ। ਮਨ 'ਚ ਫੁਰਨਾ ਰੱਖਿਆ ਵੀ ਗੁਰੂ ਅਰਜਨ ਦੇਵ ਜੀ ਤੋਂ ਵੀ ਵਧੀਆ ਸਰੋਵਰ ਬਣਾਉਣਾ ਹੈ ਜੀ। ਬੜੀ ਮਾਇਆ ਲਾਈ ਜੀ, ਬਹੁਤ ਸੋਹਣੀ ਚਨਵਾਈ ਕਰਵਾਈ ਜੀ। ਹਾਂਜੀ। ਦੇਖ ਦੇਖ ਹਰ ਖਤਰੇ ਦਾ ਧਰ ਵੱਡੀ ਉਮੰਗਾ। ਇਹਦੇ 'ਚ ਸ਼ੱਕ ਕੋਈ ਨਹੀਂ ਸੀਗਾ ਜੀ। ਸਰੋਵਰ ਬਹੁਤ ਸੋਹਣਾ ਬਣਵਾਇਆ ਜੀ। ਜਦੋਂ ਪੂਰਾ ਹੋ ਗਿਆ ਬਾਬਾ ਪ੍ਰਿਥੀਆ ਵੇਖ ਵੇਖ ਖੁਸ਼ ਹੋਵੇ ਜੀ, ਬੜਾ ਖੁਸ਼ ਹੋਵੇ ਜੀ। ਕਰਤ ਸੁਧਾ ਸਰ ਰੀਸ ਕੋ ਤਿਸ ਹੀ ਬਿਦ ਕੀਨੋ। ਫਿਰ ਅੰਮ੍ਰਿਤ ਸਰੋਵਰ ਦੀ ਰੀਸ ਕਰਕੇ, ਗੁਰੂ ਅਰਜਨ ਸਾਹਿਬ ਜੀ ਦੀ ਰੀਸ ਕਰਕੇ ਹੂਬਹੂ ਉਹੋ ਜਿਹਾ ਬਣਵਾਇਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਹੂਬਹੂ ਉਹੋ ਜਿਹਾ ਬਣਵਾ ਲਿਆ ਜੀ। ਹੇਹਰ ਪਿੰਡ ਵਿੱਚ ਬਣਾਇਆ ਸੀਗਾ ਜੀ। ਮੰਦਰ ਤੀਰ ਤੜਾਗ ਕੇ ਸ਼ੁਭ ਰਚਨਾ ਚੀਨੋ। ਤੇ ਫਿਰ ਕੀ ਕੀਤਾ ਜੀ? ਸਰੋਵਰ ਦੇ ਕੰਢੇ ਤੇ ਨਾ ਇੱਕ ਬਹੁਤ ਸੋਹਣਾ ਮੰਦਰ ਵੀ ਬਣਾਇਆ ਜੀ। ਫਿਰ ਜੀ ਤਲਾਬ ਦੇ ਕੰਢੇ ਜੀ ਬੜੇ ਮਿਹਨਤੀ ਲੱਗੇ। ਹੁਣ
ਜਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਪੁਟਾਈ ਹੋ ਰਹੀ ਸੀ, ਜਦੋਂ ਹਰਿਮੰਦਰ ਸਾਹਿਬ ਬਣਿਆ ਜੀ, ਅਕਾਲ ਪੁਰਖ ਜੀ ਉੱਥੇ ਆਪ ਆਏ ਜੀ। ਕਿੰਨੇ ਪ੍ਰੇਮੀ ਸਿੱਖ ਆਏ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਨ ਗੁਰਸਿੱਖ ਆਏ। ਉਸ ਜਗ੍ਹਾ ਦੀ ਬਰਾਬਰੀ ਮਜ਼ਦੂਰਾਂ ਨੇ ਥੋੜ੍ਹੀ ਕਰ ਲੈਣੀ ਹੈ ਜੀ, ਉਹਨਾਂ ਦੀ ਬਰਾਬਰੀ ਮਜ਼ਦੂਰ ਥੋੜ੍ਹੀ ਕਰ ਸਕਦੇ ਜੀ। ਹਾਂ, ਹਰ ਮੰਦਰ ਸਮਦਰ ਕਰੀ ਕਹਿ ਆਪ ਬਤਾਵੇ। ਉਸੇ ਤਰ੍ਹਾਂ 4 ਦਰਵਾਜ਼ੇ ਬਣਾਏ ਜੀ ਹਰਿਮੰਦਰ ਸਾਹਿਬ ਵਰਗੇ ਜੀ, ਬਾਬਾ ਜੀ ਨੇ ਜੀ ਹਰਿਮੰਦਰ ਸਾਹਿਬ ਵਰਗੇ 4 ਦਰਵਾਜ਼ੇ ਬਣਵਾਏ ਜੀ। ਕਹਿ ਕਹਿ ਸ਼ਿਪਰ ਕਰਾਵ ਤੋ ਧਨ ਦੇ ਹੁਲਸਾਵੇ। ਫਿਰ ਕਹਿ ਕਹਿ ਕੇ ਛੇਤੀ ਕਰਵਾਉਂਦੇ ਵੀ ਛੇਤੀ ਬਣਵਾਓ। ਬਹੁਤ ਮਾਇਆ ਪਾਣੀ ਵਾਂਗੂ ਭਰਾਈ ਦੀ ਉਹਨਾਂ ਨੇ ਜੀ। ਹਾਂਜੀ, ਮਾਨ ਸਰੋਵਰ ਬਿਮਲ ਜਲ ਘਰ ਹੰਸਨ ਕੀਰਾ। ਗੱਜ ਕੇ ਆਖੋ। ਕਹਿੰਦੇ ਆ ਮਾਨ ਸਰੋਵਰ ਜਿਹੜਾ ਹੁੰਦਾ ਨਾ, ਮਾਨ ਸਰੋਵਰ, ਉੱਥੇ ਹੰਸ ਰਹਿੰਦੇ ਆ। ਤੁਹਾਡੇ ਚੋਂ ਕਿਸੇ ਨੇ ਪਤਾ ਨਹੀਂ ਮਾਨ ਸਰੋਵਰ ਦੇਖਿਆ ਕਿ ਨਹੀਂ। ਮੈਨੂੰ ਇੰਗਲੈਂਡ ਤੋਂ ਇੱਕ ਪ੍ਰੇਮੀ ਨੇ ਆਖਿਆ ਸੀ ਵੀ ਮੈਂ ਮਾਨ ਸਰੋਵਰ ਹੋ ਕੇ ਆਇਆ ਸਾਂ। ਕਹਿਣ ਲੱਗੇ ਬੜੀ ਵਧੀਆ ਝੀਲ ਹੈ। ਕਹਿੰਦੇ ਉੱਥੇ ਜਿਵੇਂ ਹੰਸ ਰਹਿੰਦੇ ਆ ਨਾ। ਹਾਂਜੀ, ਤਿਮ ਅੰਮ੍ਰਿਤਸਰ ਕੀਰਤਨ ਗਨ ਸੰਤ ਬਸੇਰਾ। ਇਸੇ ਤਰ੍ਹਾਂ ਦਰਬਾਰ ਸਾਹਿਬ ਕੀਰਤਨ ਕਰਨ ਵਾਲੇ ਗੁਰੂ ਕੇ ਸਿੱਖ, ਇੱਥੇ ਬੈਠ ਕੇ ਕੀਰਤਨ ਸੁਣਨ ਵਾਲੇ ਗੁਰੂ ਕੇ ਸਿੱਖ ਹੰਸ ਰਹਿੰਦੇ ਹੈ। ਕੋਈ ਕਿਵੇਂ ਦਰਬਾਰ ਸਾਹਿਬ ਦੀ ਬਰਾਬਰੀ ਕਰ ਲੇਗਾ ਜੀ। ਹਾਂਜੀ, ਕਮਲ ਪ੍ਰਫੁੱਲਤ ਬਹੁ ਬਰਨ ਦਿਪਤਾਵਤ ਸ਼ੋਭਾ। ਕਹਿਣ ਲੱਗੇ ਫਿਰ ਜਿਵੇਂ ਕਮਲ ਪ੍ਰਫੁੱਲਤ ਬਹੁ ਬਰਨ ਦਿਪਤਾਵਤ ਸ਼ੋਭਾ। ਕਹਿੰਦੇ ਦਰਬਾਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਚਿੱਤਰਕਾਰੀ ਕਰਵਾਈ ਹੈ, ਉਹਦੀ ਸ਼ੋਭਾ ਹੋਰ ਵਧਾਉਂਦੀ ਹੈ। ਬਾਬੇ ਪ੍ਰਿਥੀਏ ਨੇ ਵੀ ਚਿੱਤਰਕਾਰੀ ਕਰਾਈ ਹੈ, ਪਰ ਚੇਤਾ ਰੱਖੇ ਬਾਬਾ ਪ੍ਰਿਥੀਆ ਜੀ ਗੁਰਸਿੱਖ ਹੰਸ ਕਿੱਥੋਂ ਲੈ ਕੇ ਆਉਣਗੇ? ਜਿਹੜੇ ਦਰਬਾਰ ਸਾਹਿਬ ਬਹਿ ਕੇ ਕੀਰਤਨ ਸੁਣਦੇ ਉਹ ਕਿੱਥੋਂ ਲੈ ਕੇ ਆਉਣਗੇ? ਹਾਂਜੀ, ਸਤਨਾਮ ਹਰ ਰਾਮ ਪ੍ਰਭ ਅਲ ਜਨ ਗਨ ਲੋਭਾ। ਹੁਣ ਸਾਧ ਸੰਗਤ ਜੀ ਉੱਥੇ ਪਰਮੇਸ਼ਰ ਦਾ ਨਾਮ ਵੀ ਹੈ ਨਾ ਦਰਬਾਰ ਸਾਹਿਬ। ਕੱਲਾ ਪਾਣੀ ਵਾਲਾ ਜਲ ਤੇ ਨਹੀਂ ਹੈ, ਪਰਮੇਸ਼ਰ ਦਾ ਨਾਮ ਰੂਪ ਜਲ ਵੀ ਤਾਂ ਹੈਗਾ ਨਾ। ਉਹ ਹੁਣ ਬਾਬਾ ਪ੍ਰਿਥੀਆ ਦੇ ਗੁਰਦੁਆਰੇ ਕਿੱਥੋਂ ਆਏਗਾ ਜੀ? ਉਸ ਇਮਾਰਤ ਵਿੱਚ ਕਿੱਥੋਂ ਆਏਗਾ ਜੀ? ਇਸ ਪ੍ਰਕਾਰ ਪ੍ਰਿਥੀਆ ਕਰੈ ਹਿਤ ਠਗਬੇ ਮੂੜਾ। ਇਸ ਪ੍ਰਕਾਰ ਬਾਬਾ ਪ੍ਰਿਥੀਆ ਜੀ ਬੜੇ ਪ੍ਰੇਮ ਨਾਲ ਉਹਨਾਂ ਨੇ ਦਰਬਾਰ ਸਾਹਿਬ ਬਣਾ ਲਿਆ ਜੀ। ਇੱਕ ਜੀ ਸਰੋਵਰ ਵੀ ਬਣਾਇਆ, ਦਰਬਾਰ ਸਾਹਿਬ ਵੀ ਬਣਾ ਲਿਆ ਜੀ ਇੱਕ ਜੀ। ਹਾਂਜੀ, ਬੁੱਧਵਾਨ ਕਿਮ ਭਰਮ ਹੈ ਜਿਨ ਕੋ ਰਿਦ ਗੱਡਾ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਉਸ ਸਮੇਂ ਵੀ ਜਿਹੜੇ ਸਿਆਣੇ ਸਿੱਖ ਸਨ ਨਾ, ਉਹ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਸਾਹਿਬ ਵਿੱਚ ਜਾਣਾ, ਬਾਬਾ ਪ੍ਰਿਥੀਆ ਜੀ ਦੇ ਨਹੀਂ ਜਾਣਾ। ਸਿਆਣੇ ਸਿੱਖ ਜਿਨ੍ਹਾਂ ਦੇ ਮਨ 'ਚ ਭਰੋਸਾ ਹੈ, ਉਸ ਸਮੇਂ ਵੀ ਉਹ ਦੂਜੇ ਪਾਸੇ ਨਹੀਂ ਸੀ ਤੁਰੇ ਜੀ। ਹਾਂਜੀ, ਮੰਦਰ 4 ਬਣਾਏ ਕੈ ਅੰਦਰ ਤਿਹ ਬੈਸੇ। ਬਾਬਾ ਪ੍ਰਿਥੀਆ ਜੀ ਉਹ ਬਣਾ ਕੇ ਨਾ ਮੰਦਰ ਗੁਰਦੁਆਰਾ, ਤੇ ਮੇਨ ਥਾਂ ਤੇ ਆਪ ਬਹਿੰਦੇ ਹੁੰਦੇ ਸੀਗੇ ਜੀ। ਆਪ ਬਹਿਣਾ ਜੀ, ਗੱਦੀ ਲਾ ਕੇ, ਸਿਰਹਾਣੇ ਲਾ ਕੇ, ਆਸਣ ਲਾ ਕੇ। ਲਖ ਹੈ ਕਿ ਸੰਗਤ ਆਏ ਹੈ ਅੰਮ੍ਰਿਤਸਰ ਜੈਸੇ। ਤੇ ਗੱਦੀ ਤੇ ਬੈਠ ਕੇ ਪਤਾ ਕੀ ਸੋਚਣਾ ਵੀ ਜਿਵੇਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਸੰਗਤਾਂ ਆਉਂਦੀਆਂ ਉਵੇਂ ਮੇਰੇ ਕੋ ਵੀ ਆਉਣਗੀਆਂ। ਤੁਸੀਂ ਦੱਸੋ ਆਉਣਗੀਆਂ ਜੀ? ਕਿੱਥੋਂ ਆਉਣਗੀਆਂ ਜੀ? ਹਾਂਜੀ, ਸੁਲਹੀ ਅਰ ਪ੍ਰਿਥੀਆ ਮਿਲਹਿ ਦੇਖੈ ਹਰ ਖਾਵੈ। ਸੁਲਹੀ ਖਾਨ ਵੇਖਣ ਗਿਆ ਜੀ, ਜੋ ਸਰੋਵਰ ਬਣਿਆ, ਦਰਬਾਰ ਸਾਹਿਬ ਬਣਿਆ। ਸੁਲਹੀ ਖਾਨ ਸਾਰਾ ਦੇਖਣ ਗਿਆ ਜੀ, ਕਿਵੇਂ ਦਾ ਬਣਿਆ, ਕਿਹੋ ਜਿਹਾ ਬਣਿਆ। ਆ ਕੇ ਵੇਖ ਕੇ ਬੜਾ ਖੁਸ਼ ਹੁੰਦਾ ਜੀ। ਉਹ ਅਧਿਕ ਸਰਾਹੈ ਤਾਲ ਕੋ ਨਿਜ ਨਰਨ ਸੁਨਾਵੈ। ਤੇ ਬਾਬਾ ਪ੍ਰਿਥੀਆ ਜੀ ਤੇ ਸੁਲਹੀ ਖਾਨ ਨਾ ਉਸ ਤਲਾਬ ਦੀਆਂ ਬੜੀਆਂ ਸਿਫਤਾਂ ਕਰਦੇ ਆ, ਆਪਣੇ ਬੰਦਿਆਂ ਨੂੰ ਸੁਣਾਉਂਦੇ। ਜਿਹੜਾ ਇੱਥੇ ਨਹਾਏਗਾ ਉਹਦੇ ਦੁੱਖ ਦੂਰ ਹੋਣਗੇ। ਨਾਮ ਹੀ ਦੁੱਖ ਨਿਵਾਰਨ ਰੱਖਿਆ ਸੀਗਾ ਜੀ ਉਹਦਾ।
ਮੱਜਹ ਲੱਖੋਂ ਨਰ ਇਹਾਂ ਤੀਰਥ ਹੋਏ ਭਾਰੀ। ਬਾਬਾ ਪ੍ਰਿਥੀਆ ਜੀ ਆਪ ਹੀ ਲੋਕਾਂ ਨੂੰ ਬੋਲ ਬੋਲ ਦੱਸਣ ਦੇ, ਕਹਿੰਦੇ ਇਹਨੇ ਬੜਾ ਵੱਡਾ ਤੀਰਥ ਬਣਨਾ ਹੈ, ਇੱਥੇ ਲੱਖਾਂ ਲੋਕਾਂ ਨੇ ਇੱਕ ਦਿਨ 'ਚ ਇਸ਼ਨਾਨ ਕਰਿਆ ਕਰਨਾ ਹੈ, ਆਪੇ ਹੀ ਦੱਸਣ ਜੀ ਬੋਲ ਬੋਲ ਕੇ। ਮਹਿਮਾ ਪਸਰਹਿਗੀ ਅਧਿਕ ਹੇਰੈ ਨਰ ਨਾਰੀ। ਕਹਿੰਦੇ ਇਹਨੂੰ ਵੇਖਣ ਵਾਸਤੇ ਲੋਕ ਆਇਆ ਕਰਨਗੇ, ਇਹਦੀ ਮਹਿਮਾ ਬੜੀ ਵਧੇਗੀ। ਪਰ ਕਿੱਥੇ ਸਾਧ ਸੰਗਤ ਦੀ। ਹਾਂਜੀ, ਸ਼੍ਰੀ ਅੰਮ੍ਰਿਤਸਰ ਤੇ ਵੱਡੋ ਇਹ ਹੋਏ ਪ੍ਰਭਾਊ। ਤੇ ਪਤਾ ਕੀ ਕਹਿਣ ਲੱਗੇ ਬਾਬਾ ਪ੍ਰਿਥੀਆ ਜੀ, ਕਹਿੰਦੇ ਇਹ ਜਿਹੜਾ ਸਰੋਵਰ ਹੈ ਨਾ, ਇਹਦਾ ਪ੍ਰਭਾਵ ਤੇ ਅੰਮ੍ਰਿਤਸਰ ਤੋਂ ਵੀ ਜ਼ਿਆਦਾ ਹੋਏਗਾ। ਇੱਕ ਵਾਰੀ ਬਾਬਾ ਪ੍ਰਿਥੀਆ ਜੀ ਨਾ ਆਪਣੇ ਸੇਵਕਾਂ ਨਾਲ ਲੰਘ ਰਹੇ ਸੀ ਤੇ ਗਰਮੀ ਬਹੁਤ ਸੀਗੀ ਜੀ। ਤਰਨ ਤਾਰਨ ਵਾਲਾ ਸਰੋਵਰ ਉਰੋਂ ਬਣ ਗਿਆ ਸੀਗਾ ਤੇ ਬਾਬਾ ਪ੍ਰਿਥੀਆ ਜੀ ਦੇ ਸੇਵਕ ਕਹਿਣ ਲੱਗੇ ਵੀ ਆਪਾਂ ਇਸ਼ਨਾਨ ਹੀ ਕਰ ਲਈਏ, ਗਰਮੀ ਬੜੀ ਲੱਗਣ ਦਈ ਹੈ। ਤੇ ਬਾਬਾ ਪ੍ਰਿਥੀਆ ਕਹਿੰਦਾ ਚਲੋ ਚੁੱਪ ਹੋ ਜਾਓ, ਕਹਿਣ ਲੱਗੇ ਅਸੀਂ ਆਪਣੇ ਦੁੱਖ ਨਿਵਾਰਨ 'ਚ ਜਾ ਕੇ ਇਸ਼ਨਾਨ ਕਰਾਂਗੇ, ਕਹਿਣ ਲੱਗੇ ਅਸੀਂ ਆਪਣੇ 'ਚ ਇਸ਼ਨਾਨ ਕਰਾਂਗੇ, ਇਸ 'ਚ ਨਹੀਂ ਕਰਨਾ, ਕਹਿਣ ਲੱਗੇ। ਉਹ ਇਸੇ ਤਰ੍ਹਾਂ ਆਪਣੇ ਸੇਵਕਾਂ ਨੂੰ ਬੋਲ ਬੋਲ ਦੱਸਦੇ, ਕਹਿੰਦੇ ਅੰਮ੍ਰਿਤਸਰ ਤੋਂ ਵੀ ਵੱਡਾ ਸਰੋਵਰ ਬਣੇਗਾ ਇਹ। ਹਾਂਜੀ, ਸ਼੍ਰੀ ਅੰਮ੍ਰਿਤ ਸੇ ਬੜੋ ਇਹ ਹੋਏ ਪ੍ਰਭਾਵੂ। ਭਲੇ ਦੇਸ਼ ਮੈਂ ਬਨਿਓ ਬਰ ਮਾਨਵ ਸਮਦਾਊ। ਬੜਾ ਭਲਾ ਦੇਸ਼ ਹੈ, ਬੜਾ ਭਲਾ ਇਲਾਕਾ, ਖੂਬ ਸੰਘਣੀ ਵਸੋਂ ਹੈ ਇੱਥੇ, ਲੋਕ ਆ ਕੇ ਇੱਥੇ ਰਹਿਣਗੇ, ਕਹਿਣ ਲੱਗਾ। ਹਾਂਜੀ, ਮੂਰਖ ਭਾਵੀ ਨਹਿ ਲਖੈ ਸਭ ਹੋਏ ਖੁਆਰੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਨਹੀਂ ਪਤਾ ਵੀ ਸਭ ਕੁਝ ਹੀ ਖਤਮ ਹੋ ਜਾਣਾ ਹੈ, ਸਭ ਕੁਝ ਹੀ ਖਤਮ ਹੋ ਜਾਣਾ। ਅੱਜ ਉਸ ਸਰੋਵਰ ਦਾ ਹਾਲ ਸੁਣ ਲਓ। ਹਾਂਜੀ, ਸੂਕਹ ਜਲ ਟਹਿ ਜਾਏਗੋ ਮੰਦਰ ਸਮਬਾਰੂ। ਸਮਾਂ ਐਸਾ ਆਇਆ, ਉਦੋਂ ਤੇ ਬੜਾ ਸੋਹਣਾ ਉਹ ਬਣਿਆ, ਸਮਾਂ ਇਹੋ ਜਿਹਾ ਆ ਗਿਆ ਉੱਥੋਂ ਦਾ ਪਾਣੀ ਸੁੱਕ ਗਿਆ, ਵਿੱਚ ਰੇਤ ਪੈ ਗਈ ਤਾਂ ਸਰੋਵਰ ਰਿਹਾ ਹੀ ਨਹੀਂ, ਪੂਰਿਆ ਗਿਆ ਜੀ। ਤੇ ਉਹ ਜਿਹੜਾ ਅਸਥਾਨ ਬਣਾਇਆ ਸੀ ਨਾ, ਬਿਲਡਿੰਗ ਮੰਦਰ ਸਮਬਾਰੂ, ਕਹਿੰਦੇ ਉਹ ਵੀ ਰੇਤ ਵਾਂਗੂ ਸਭ ਕੁਝ ਢਹਿ ਗਿਆ ਜੀ। ਮੈਂ ਸਰਚ ਮਾਰ ਕੇ ਦੇਖਿਆ ਜੀ, ਬਾਅਦ ਵਿੱਚ ਆ ਸਾਰਾ ਕੁਝ ਕਰਕੇ ਨਾ, ਪੜ੍ਹ ਕੇ ਉੱਥੇ ਬੋਲ ਕੇ ਦੱਸ ਰਹੇ ਸਨ, ਪਾਕਿਸਤਾਨ ਵਿੱਚ ਪਿੰਡ ਹੇਰਰ ਦੱਸਿਆ ਵੀ ਇੱਥੇ ਇੱਕ ਬਾਬੇ ਪ੍ਰਿਥੀਏ ਨੇ ਸਰੋਵਰ ਬਣਾਇਆ ਸੀ, ਇੱਥੇ ਇੱਕ ਮੰਦਰ ਬਣਾਇਆ ਸੀ, ਪਰ ਹੁਣ ਉੱਥੇ ਸਾਰੇ ਘਰ ਬਣ ਚੁੱਕੇ ਨੇ ਜੀ, ਨਾ ਕੋਈ ਸਰੋਵਰ ਤੇ ਨਾ ਕੋਈ ਦਰਬਾਰ ਸਾਹਿਬ ਹੈਗਾ ਜੀ। ਬਰਾਬਰੀ ਤੇ ਕੀਤੀ ਜੀ, ਪਰ ਗੱਲ ਕੁਝ ਨਹੀਂ ਬਣੀ ਜੀ, ਸੌਰਿਆ ਕੁਝ ਨਹੀਂ ਜੀ। ਚੇਤਾ ਰੱਖਿਓ, ਇੱਕ ਬੰਦਾ ਜੀ, ਮੰਨ ਲਓ ਵੀ ਸਾਡੇ ਇਲਾਕੇ ਦਾ, ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਜੀ, ਉਹ ਸੜਕ ਤੇ ਬਾਹਰ ਖਲੋ ਕੇ ਕਵੇ ਵੀ ਆਹ ਸੜਕ ਪੁੱਟੋ, ਨਵੀਂ ਬਣਾਓ, ਕੁਰਸੀਆਂ ਲਾਓ, ਰੁੱਖ ਲਾਓ, ਉਹਦੇ ਕੋਲ ਤਾਕਤ ਹੈ ਜੀ, ਸਾਰਾ ਕੁਝ ਉਂਝ ਹੋ ਜਾਣਾ। ਆਖੋ ਵਾਹਿਗੁਰੂ। ਹਾਂਜੀ, ਇੱਕ ਆਮ ਬੰਦਾ ਜੀ, ਦੁਕਾਨਦਾਰ, ਉਹ ਵੀ ਉੱਥੇ ਖਲੋ ਜੇ, ਕਵੇ ਜੀ ਸੜਕ ਪੁੱਟੋ, ਸੜਕ ਪੁੱਟ ਕੇ ਇੱਥੇ ਨਵੀਂ ਸੜਕ ਪਾਓ, ਕੁਰਸੀਆਂ ਲਾਓ, ਰੁੱਖ ਲਾਓ, ਕੋਈ ਮੰਨੂਗਾ ਜੀ? ਕੋਈ ਗੱਲ ਵੀ ਨਹੀਂ ਮੰਨੀ ਜਾਣੀ ਜੀ। ਇੰਨੀ ਕੀ ਗੱਲ ਹੈਗੀ ਹੈ, ਜਿਹਦੀ ਜੀਭ 'ਚ ਤਾਕਤ ਰੱਬ ਨੇ ਦਿੱਤੀ, ਉਹਦੇ ਬਚਨ ਸੱਚੇ ਹੁੰਦੇ ਆ, ਸਾਰਿਆਂ ਦੇ ਨਹੀਂ ਸੱਚੇ ਹੁੰਦੇ ਜੀ। ਉੱਥੇ ਕੁਛ ਵੀ ਨਹੀਂ ਹੈਗਾ ਜੀ ਅੱਜ। ਹਾਂਜੀ, ਬਿਨ ਅਜ਼ਮਤ ਜਾਣਹਿ ਕੁਤੋ ਕਿਆ ਹੋਏ ਅਗਾਰੀ। ਕਿਉਂ? ਕਵੀ ਜੀ ਕਹਿੰਦੇ ਬਾਬੇ ਪ੍ਰਿਥੀਏ 'ਚ ਕਰਾਮਾਤ ਥੋੜੀ ਹੈਗੀ ਹੈ, ਉਹਨਾਂ ਨੂੰ ਕੀ ਪਤਾ ਵੀ ਆਉਣ ਵਾਲੇ ਸਮੇਂ 'ਚ ਕੀ ਹੋ ਜਾਣਾ। ਗਿਆਨ ਬੇਲੋਚਨ ਉਰ ਨਹੀਂ ਅੰਧੇ ਦੁਖ ਭਾਰੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਗਿਆਨ ਵਾਲੇ ਨੇਤਰ ਨਹੀਂ ਹੈਗੇ ਉਹਨਾਂ ਕੋਲ। ਗੁਰੂ ਸਾਹਿਬ ਜਾਣੀ ਜਾਣ, ਉਹਨਾਂ ਨੂੰ ਆਉਣ ਵਾਲਾ ਸਮਾਂ ਪਤਾ। ਬਾਬਾ ਪ੍ਰਿਥੀਆ ਜੀ ਨੂੰ ਥੋੜੀ ਪਤਾ ਇਹਨਾਂ ਗੱਲਾਂ ਦਾ ਜੀ। ਹਾਂਜੀ, ਕੋਏ ਕੋਏ ਸਿੱਖ ਤਿਸੀ ਕੋ ਚੱਲ ਕਰ ਤਹਿ ਆਵੈ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਕਦੀ ਕਦੀ ਕੋਈ ਇੱਕ ਅੱਧਾ ਬੰਦਾ ਉੱਥੇ ਸਰੋਵਰ 'ਚ ਜਾ ਕੇ ਇਸ਼ਨਾਨ ਕਰਦਾ ਸੀ, ਕੋਈ ਆਉਂਦਾ ਹੀ ਨਹੀਂ ਸੀ ਉੱਥੇ ਜੀ।
ਬਾਬੇ ਪ੍ਰਿਥੀਏ ਨੇ ਬੈਠੇ ਰਹਿਣਾ, ਦੁਖੀ ਹੋਣਾ, ਕਿਸੇ ਨੇ ਆਉਣਾ ਹੀ ਨਹੀਂ ਜੀ ਉੱਥੇ। ਕਰ ਸਨਮਾਨ ਬਖਾਨ ਤੋਂ ਜੋ ਨਰ ਸਰ ਨਹਾਵੈ। ਤੇ ਜਿਹੜਾ ਕਿਤੇ ਭੁੱਲ ਭੁਲੇਖੇ ਆ ਕੇ ਉੱਥੇ ਇਸ਼ਨਾਨ ਕਰ ਲੈਂਦਾ ਸੀ ਨਾ, ਬਾਬੇ ਪ੍ਰਿਥੀਏ ਨੇ ਉਹਨੂੰ ਸਰੋਪਾ ਪਾਉਣਾ ਚੇਚਾ ਜੀ। ਅੱਜ ਕੇ ਆਖੋ ਵੀ ਇਹ ਬੰਦਾ ਆਇਆ ਤੇ ਹੁਣ ਗਏ ਜਾਵੇ ਨਾ ਕਿਸੇ ਪਾਸੇ ਜੀ। ਸਰੋਪਾ ਪਾਉਣਾ, ਉਹਦਾ ਬੜਾ ਇਸ਼ਨਾਨ ਦਾ ਕਰਨ ਦਾ, ਉਹਦਾ ਸਤਿਕਾਰ ਕਰਨਾ ਵੀ ਤੂੰ ਇੱਥੇ ਆਇਆ ਚੇਚਾ। ਹਾਂਜੀ। ਮਨ ਬਾਂਛਤ ਫਲ ਪਾਏ ਹੈ ਸਭ ਪਾਪ ਉਤਾਰੇ। ਤੇ ਕਹਿਣਾ ਵੀ ਹੁਣ ਤੈਨੂੰ ਮੂੰਹ ਮੰਗਿਆ ਫਲ ਮਿਲੇਗਾ, ਤੇਰੇ ਪਾਪ ਦੂਰ ਹੋ ਜਾਣਗੇ ਸਾਰੇ। ਹਾਂਜੀ। ਇਤਿਆਦਿਕ ਮਹਿਮਾ ਮਹਾ ਨਰ ਮਿਲੈ ਉਚਾਰੈ। ਤੇ ਇਸ ਤਰੀਕੇ ਦੇ ਨਾਲ ਨਾ ਆਪਣੇ ਬੰਦਿਆਂ ਨੂੰ ਕਹਿ ਦੇਣਾ ਵੀ ਇਹ ਆਖਿਆ ਕਰੋ, ਜਿਹੜਾ ਬਾਬੇ ਪ੍ਰਿਥੀਏ ਦੇ ਸਰੋਵਰ ਚ ਆ ਕੇ ਨਹਾਏਗਾ ਉਹਦੇ ਦੁੱਖ ਦੂਰ ਹੋਣਗੇ। ਹਾਂਜੀ। ਜਤਨ ਕਰਤ ਬਹੁ ਭਾਂਤ ਕੇ ਹਾਰਿਓ ਦੁੱਖ ਪਾਏ। ਪਰ ਲੋਕ ਪਤਾ ਕੀ ਕਹਿੰਦੇ ਆ? ਲੋਕ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਵਾਲੇ ਸਰੋਵਰ ਚ ਇਸ਼ਨਾਨ ਕਰਕੇ ਦੁੱਖ ਦੂਰ ਹੁੰਦੇ ਨੇ। ਉਹ ਜਦੋਂ ਬਾਬੇ ਪ੍ਰਿਥੀਏ ਦੇ ਕੰਨਾਂ 'ਚ ਇਹ ਗੱਲ ਪੈਂਦੀ, ਉਹ ਦੁਖੀ ਹੁੰਦੇ ਨੇ ਜੀ। ਹਾਂਜੀ। ਮੇਲਾ ਲੱਗਿਓ ਨਾ ਤਾਲ ਕੋ ਨਹਿ ਭੇ ਸਮੁਦਾਏ। ਮੇਲਾ ਲੱਗਿਓ ਨਾ ਤਾਲ ਕੋ, ਉਸ ਤਲਾਬ ਤੇ ਕੋਈ ਮੇਲਾ ਹੀ ਨਹੀਂ ਲੱਗਾ ਕਦੀ ਜੀ। ਕਦੀ ਲੋਕ ਹੀ ਨਹੀਂ ਆਏ ਜੀ, ਕਦੀ ਇਕੱਠ ਹੀ ਨਹੀਂ ਹੋਇਆ ਜੀ। ਹਾਂਜੀ। ਸੁਧਾ ਸਰੋਵਰ ਸੰਗਤਾਂ ਨਿਤ ਪ੍ਰਤ ਬਹੁ ਆਵੇ। ਪਰ ਇੱਧਰ ਹਰਿਮੰਦਰ ਸਾਹਿਬ ਦੇ ਵਿੱਚ ਸੰਗਤਾਂ ਰੋਜ਼ ਹੀ ਆਉਂਦੀਆਂ, ਇਸ਼ਨਾਨ ਕਰਦੀਆਂ। ਕਰੈ ਇਸ਼ਨਾਨ ਸੁਭਾਵਨੀ ਮਨ ਬਾਂਛਤ ਪਾਵੈ। ਇਸ਼ਨਾਨ ਕਰਨਾ, ਮੂੰਹ ਮੰਗੀਆਂ ਮੁਰਾਦਾਂ ਮਿਲਣੀਆਂ ਜੀ। ਸੰਗਤਾਂ ਨੂੰ ਬੜਾ ਆਨੰਦ ਮਿਲਣਾ, ਬੜੀਆਂ ਖੁਸ਼ੀਆਂ ਵਰਤਣੀਆਂ, ਬੜੇ ਚਾਅ ਵਰਤਣੇ ਜੀ ਇੱਥੇ। ਸ਼ੁਭ ਦਿਨ ਮੇਲਾ ਨਰਨ ਕੋ ਮਿਲ ਜਾਏ ਹਜ਼ਾਰੋਂ। ਜਿਸ ਦਿਨ ਪੁਰਬ ਵਾਲਾ ਦਿਨ ਹੋਣਾ ਨਾ, ਉਦਣ ਤੇ ਹਜ਼ਾਰਾਂ ਲੋਕਾਂ ਨੇ ਆਉਣਾ ਜੀ। ਚਾਰੋਂ ਦਿਸ਼ ਤੇ ਆਵਤੇ ਬਹੁਤੇ ਉਪਹਾਰੋ। ਜਦੋਂ ਹਜ਼ਾਰਾਂ ਸੰਗਤਾਂ ਨੇ ਆਉਣਾ ਤੇ ਇਹ ਗੱਲਾਂ ਬਾਬਾ ਪ੍ਰਿਥੀਆ ਜੀ ਦੇ ਕੰਨਾਂ 'ਚ ਪੈਣੀਆਂ। ਚਾਰੇ ਪਾਸੇ ਤੋਂ ਸੰਗਤਾਂ ਆਈਆਂ, ਉਧਰ ਉਹ ਆਪਣੇ ਮੰਦਿਰ 'ਚ ਇਕੱਲਾ ਹੀ ਬੈਠੇ ਜੀ। ਇੱਧਰ ਤੋਟ ਹੀ ਨਹੀਂ। ਚੇਤਾ ਰੱਖਿਓ, 2 ਫੁੱਲ ਰੱਖ ਦਿਓ ਸੇਮ ਟੂ ਸੇਮ। ਇਸ ਇੱਕ ਅਸਲੀ, ਇੱਕ ਨਕਲੀ। ਮੱਖੀ ਕਿਰਤੇ ਆ ਕੇ ਬਹਿਗੀ ਜੀ ਅਸਲੀ ਤੇ ਜੀ, ਭੌਰਾ ਕਿਰਤੇ ਆ ਕੇ ਬੈਠੇਗਾ ਅਸਲੀ ਤੇ। ਗੁਰਸਿੱਖ ਭੌਰੇ ਨੇ, ਉਹਨਾਂ ਅਸਲੀ ਕੋਲ ਹੀ ਆਉਣਾ, ਨਕਲੀ ਕੋਲ ਨਹੀਂ ਜਾਣਾ ਜੀ। ਹਾਂਜੀ। ਜਰਹਿ ਹਿਰਦੇ ਮੈਂ ਜਰਹਿ ਨਹਿ ਸੁਨ ਚਿੰਤ ਰਖੰਤਾ। ਹੁਣ ਉਹ ਬਾਬਾ ਪ੍ਰਿਥੀਆ ਜੀ ਹਿਰਦੇ 'ਚ ਬੜੇ ਸੜਦੇ ਆ, ਦੁੱਖ ਪਾਉਂਦੇ ਆ ਵੀ ਇਹ ਕੀ ਗੱਲ ਬਣ ਰਹੀ ਹੈ। ਹੁਣ ਬੜੇ ਬੜੇ ਦੁਆਰ ਬਣਾਏ ਆ ਵੀ ਰੱਬ ਦਾ ਹੀ ਦੁਆਰ ਹੈ ਸਾਡਾ ਸਥਾਨ, ਤੇ ਹਰਿਮੰਦਰ ਸਾਹਿਬ ਦੀ ਨਿੰਦਾ ਕਰਨੀ, ਇਹ ਵੀ ਤੇ ਬਾਬੇ ਪ੍ਰਿਥੀਏ ਦੇ ਹੀ ਰੂਪ ਨੇ। ਹਾਂਜੀ। ਆਪਣੀਆਂ ਜਗਾਵਾਂ, ਆਪਣੇ ਸਥਾਨ ਬਣਾ ਕੇ ਕਹਿ ਦੇਣਾ ਜੀ ਇਹ ਰੱਬ ਦੇ ਦੁਆਰੇ ਨੇ ਜੀ। ਤੇ ਹਰਿਮੰਦਰ ਸਾਹਿਬ ਨੂੰ ਕਹਿਣਾ ਬਿਲਡਿੰਗ ਹੀ ਹੈਗੀ ਜੀ। ਤੇ ਉਹਨਾਂ ਦੇ ਦੁਆਰੇ ਤੇ ਖਾਲੀ ਹੋ ਜਾਂਦੇ ਤੇ ਹਰਿਮੰਦਰ ਸਾਹਿਬ ਉਵੇਂ ਹੀ ਰੌਣਕਾਂ ਹੈਗੀਆਂ ਜੀ। ਪਚ ਹਾਰਿਓ ਮਹਿਮਾ ਕਹਿਤ ਓੜਕ ਪਛਤੰਤਾ। ਉਹ ਆਪਣੇ ਸਰੋਵਰ ਦੀ ਮਹਿਮਾ ਕਰਦਾ ਕਰਦਾ ਬਾਬਾ ਪ੍ਰਿਥੀਆ ਜੀ ਥੱਕ ਜਾਂਦੇ ਨੇ, ਪਰ ਆਉਂਦਾ ਕੋਈ ਨਹੀਂ ਜੀ। ਉਹਨਾਂ ਦੇ ਹੀ 2-4 ਚੇਲੇ ਆਉਂਦੇ ਜੀ। ਅਖੀਰ ਪਛਤਾਉਣਾ ਹੀ ਪੈਂਦਾ ਜੀ ਉਹਨਾਂ ਨੂੰ। ਪ੍ਰਿਥੀਏ ਕੇ ਸਿਖ ਰੰਕ ਜੇ ਕਬ ਕਬ ਚਲ ਆਵੇ। ਆਏ ਬਿਨਾ ਉਤਸ਼ਾਹ ਤੇ ਬਾਂਛੈ ਨਹਿ ਪਾਵੇ। ਤੇ ਹੁਣ ਬਾਬੇ ਪ੍ਰਿਥੀਏ ਕੋਲੋਂ ਜੇ ਕੋਈ ਮੰਗਣ ਵਾਲਾ ਆ ਜਾਂਦਾ ਨਾ, ਉਹਨੂੰ ਫਿਰ ਉਹ ਖਾਲੀ ਮੋੜਦੇ ਵੀ ਤੈਨੂੰ ਕੀ ਦੇਵਾਂ, ਮੈਨੂੰ ਤੇ ਆਪ ਨਹੀਂ ਚੜਾਵਾ ਚੜਨ ਦਿਆ, ਤੈਨੂੰ ਮੈਂ ਕੀ ਦੇਵਾਂ। ਹਾਂਜੀ। ਸ੍ਰੀ ਅਰਜਨ ਕੀ ਸੰਗਤਾਂ ਅੰਮ੍ਰਿਤਸਰ ਜੈ ਹੈ। ਪਰ ਗੁਰੂ ਅਰਜਨ ਸਾਹਿਬ ਜੀ ਦੀਆਂ ਸੰਗਤਾਂ ਤੇ ਅੰਮ੍ਰਿਤ ਸਰੋਵਰ 'ਚ ਹੀ ਆ ਕੇ ਇਸ਼ਨਾਨ ਕਰਦੀਆਂ ਜੀ। ਮਿਲੈ ਮੇਖ ਸੰਕਰਾਂਤ ਕੋ ਧਰ ਸ਼ਰਧਾ ਨਹਿ ਹੈ। ਜਦੋਂ ਮੱਸਿਆ ਆਉਂਦੀ ਹੈ, ਸੰਗਰਾਂਦ ਆਉਂਦੀ ਹੈ, ਉਸ ਦਿਨ ਤੇ ਕਮੀ ਨਹੀਂ ਸੀ ਰਹਿੰਦੀ ਜੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਜੀ। ਹਾਂਜੀ। ਮਨ ਬਾਂਛਤ ਕੋ ਪਾਵਤੇ ਨਿਤ ਅਤ ਉਤਸ਼ਾਹੂ।
ਦੁੰਦਪ ਅਲਕ ਨਿਫੀਰ ਗਨ ਬਾਜਤ ਧੁਨ ਤਾਹੂ। ਇਸ ਤਰੀਕੇ ਨਾਲ ਮਨ ਭਾਉਂਦੇ ਇੱਛਾਵਾਂ ਫਲ ਜਿਹੜੇ ਆ ਉਹਨਾਂ ਨੂੰ ਅੰਮ੍ਰਿਤਸਰ ਆ ਕੇ ਮਿਲਣੇ, ਮਹਾਰਾਜ ਜੀ ਦੇ ਸਰੋਵਰ 'ਚ ਇਸ਼ਨਾਨ ਕਰਕੇ ਮਿਲਣੇ, ਤੇ ਬਾਬਾ ਪ੍ਰਿਥੀਆ ਜੀ ਹੋਣਾ ਨੇ ਵੇਖਦੇ ਹੀ ਰਹਿ ਜਾਣਾ, ਕੋਈ ਪ੍ਰਾਪਤੀ ਨਹੀਂ ਹੋਈ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਸੰਗਤ ਜੀ, ਜੋ ਅਸਲ ਹੈ ਉਹ ਅਸਲ ਹੀ ਹੈ, ਤੇ ਜੋ ਨਕਲ ਹੈ ਉਹ ਨਕਲ ਹੀ ਹੈ ਜੀ। ਕੋਈ ਕਿੰਨਾ ਵੀ ਯਤਨ ਕਰ ਲੇ ਜੀ। ਉਹ ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰੀ ਸੁਣਾਈ ਗੱਲ ਜੀ। ਦਰਬਾਰ ਸਾਹਿਬ ਵਰਗਾ ਪੁੱਲ, ਦਰਬਾਰ ਸਾਹਿਬ ਵਰਗਾ ਮੰਦਿਰ, ਦਰਬਾਰ ਸਾਹਿਬ ਵਰਗਾ ਸਰੋਵਰ ਬਣਾਇਆ, ਤੇ ਬਾਬਾ ਖੜਕ ਸਿੰਘ ਜੀ ਨੇ ਕਿਹਾ ਸੀ ਸਭ ਕੁਝ ਦਰਬਾਰ ਸਾਹਿਬ ਵਰਗਾ ਬਣਾ ਲਓ, ਗੁਰੂ ਰਾਮਦਾਸ ਜੀ ਨੂੰ ਕਿੱਥੋਂ ਲੈ ਕੇ ਆਓਗੇ? ਉਹ ਤੇ ਉੱਥੇ ਹੀ ਹੈ ਨਾ। ਹਾਂਜੀ। ਬੱਜੈ ਰਬਾਬ ਮਿਰਦੰਗ ਗਨ ਸ਼ੰਖਨ ਕੋ ਸ਼ੋਰਾ। ਇਧਰ ਰਬਾਬਾਂ ਵੱਜ ਰਹੀਆਂ ਨੇ, ਮਿਰਦੰਗ ਵੱਜ ਰਹੇ ਨੇ, ਸ਼ੰਖ ਪੂਰੇ ਜਾਂਦੇ ਆ। ਗਾਵੇਂ ਰਾਗਨ ਮੈਂ ਸ਼ਬਦ ਫਿਰ ਕਰ ਚਾਹੋਂ ਓਰਾ। ਇੱਥੇ ਰਾਗੀ ਆਉਂਦੇ ਆ, ਸ਼ਬਦ ਗਾਉਂਦੇ ਆ। ਬਾਬਾ ਪ੍ਰਿਥੀਆ ਜੀ ਨੇ ਵੀ ਰੱਖੇ ਚੇਲੇ, ਪਰ ਉਹਨਾਂ ਕੋ ਕਿੱਥੋਂ ਕੀਰਤਨ ਹੁੰਦਾ ਇਹੋ ਜਿਹਾ। ਹਾਂਜੀ। ਜਾਮ ਤ੍ਰਿਜਾਮਾ ਰਹਿ ਤੇ ਮੰਗਲ ਨਿਤ ਹੋਵੈ। 3 ਪਹਿਰ ਤੋਂ ਹੀ ਮੰਗਲ ਸ਼ੁਰੂ ਹੋ ਜਾਂਦਾ ਹੈ, ਰੱਬ ਦੀਆਂ ਸਿਫਤਾਂ ਸ਼ੁਰੂ ਹੋ ਜਾਂਦੀਆਂ ਨੇ। ਵਰਤੈ ਬਹੁਤ ਕਰਾਹਾ ਸਭ ਗੁਰ ਦਰਸ਼ਨ ਜੋਵੈ। ਇੱਥੇ ਕੜਾਹ ਪ੍ਰਸ਼ਾਦ ਵਰਤਦਾ ਹੈ, ਗੁਰੂ ਜੀ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ, ਉਧਰ ਕੁਝ ਵੀ ਨਹੀਂ ਹੈਗਾ ਜੀ। ਸੋ ਹੁਣ ਜੇ ਤੁਸੀਂ ਲੱਭਣ ਚੱਲੋ ਵੀ ਬਾਬੇ ਪ੍ਰਿਥੀਏ ਦਾ ਸਰੋਵਰ ਲੱਭ ਲਈਏ, ਉਹ ਸਥਾਨ ਲੱਭ ਲਈਏ, ਨਹੀਂ ਲੱਭੇਗਾ ਤੁਹਾਨੂੰ ਜੀ। ਗੁਰੂ ਦੀ ਤੇ ਕੰਧ ਵੀ ਜੁਗੋ ਜੁਗੇ ਟੱਲ ਹੈ ਜੀ। ਹਾਂਜੀ। ਪਰ ਜੇ ਕੋਈ ਗੁਰੂ ਦੀ ਰੀਸ ਨਾਲ ਸਰੋਵਰ ਵੀ ਬਣਾਇਆ, ਸਥਾਨ ਵੀ ਬਣਾਇਆ, ਤਾਂ ਉਹ ਨਹੀਂ ਚੱਲੇ ਜੀ। ਸੋ ਮਹਾਰਾਜ ਜੀ ਦੀ ਵੱਡੀ ਵਡਿਆਈ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਕੋਈ ਵਿਅਕਤੀ ਕਵੇ ਮੈਂ ਉਹੋ ਜਿਹੀ ਵਡਿਆਈ ਧਾਰਨ ਕਰ ਲਾਂ, ਨਹੀਂ ਗੱਲ ਬਣ ਸਕਦੀ ਜੀ। ਮਹਾਰਾਜ ਬਾਣੀ 'ਚ ਕਹਿੰਦੇ ਜੇ ਕੋਈ ਉਹਨਾਂ ਦੀ ਰੀਸ ਕਰਦਾ ਤਾਂ ਉਹ ਖਰਾਬ ਹੁੰਦਾ ਹੈ ਜੀ। ਕਿਉਂ? ਰੱਬ ਦੇ ਪਿਆਰਿਆਂ ਦੀ ਮਹਿਮਾ ਸੋਭਾ ਵਡਿਆਈ ਜੁਗਾਂ ਜੁਗਾਂ ਤੱਕ ਹੁੰਦੀ ਤੇ ਹੁੰਦੀ ਰਹਿਣੀ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ ਜੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ। ਅੰਮ੍ਰਿਤਸਰ ਸਰੋਵਰ ਵਿੱਚ ਨਾਮ ਜਪਿਆ ਜਾ ਰਿਹਾ, ਸੰਗਤਾਂ ਆਉਂਦੀਆਂ ਨੇ, ਹਾਜ਼ਰੀ ਭਰਦੀਆਂ ਨੇ। ਉੱਥੇ ਅੱਜ ਵੀ ਉਹੀ ਰੌਣਕਾਂ ਹੈਗੀਆਂ, ਦਿਨੋਂ ਦਿਨ ਉਹ ਰੌਣਕਾਂ ਵਧਣੀਆਂ ਨੇ ਜੀ। ਉੱਥੇ ਅੱਜ ਵੀ ਰਹਿਮਤਾਂ ਵਰਤ ਰਹੀਆਂ, ਬਖਸ਼ਿਸ਼ਾਂ ਵਰਤ ਰਹੀਆਂ। ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਸੀ ਨਾ ਵੀ ਮੈਂ ਇੱਕ ਗ੍ਰੰਥ 'ਚ ਪੜ੍ਹਿਆ ਵੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਹੀਰੇ ਜੜੇ ਜਾਣੇ, ਪਰਿਕਰਮਾ 'ਚ ਹੀਰੇ ਜੜੇ ਹੋਏ ਨੇ ਉੱਥੇ ਜੀ। ਬਾਬਾ ਦੀਪ ਸਿੰਘ ਜੀ ਪਰਿਕਰਮਾ 'ਚ ਨਹੀਂ ਜੜੇ ਹੋਏ ਜੀ, ਉਹ ਹੀਰੇ ਹੀ ਨੇ, ਹੋਰ ਕੀ ਨੇ ਜੀ। ਭਾਈ ਗੁਰਦਾਸ ਜੀ ਲਿਖਦੇ ਹੀਰੇ ਲਾਲ ਅਮੋਲ ਗੁਰਸਿੱਖ ਜਾਣੀਏ। ਭਾਈ ਬਾਬਾ ਗੁਰਬਖਸ਼ ਸਿੰਘ ਜੀ ਹੀਰੇ ਹੀ ਨੇ ਜੀ। ਕਿੰਨੇ ਸਿੰਘਾਂ ਨੇ ਸ਼ਹੀਦੀ ਦਿੱਤੀ, ਉਹਨਾਂ ਦੇ ਸਿਰ ਲੱਗੇ ਜੀ ਪਰਿਕਰਮਾ 'ਚ, ਹੀਰੇ ਹੀ ਨੇ ਸਾਰੇ ਲੱਗੇ ਜੀ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਦੀਆਂ ਵਡਿਆਈਆਂ ਨੇ ਸਦਾ ਹੀ ਹੁੰਦੀਆਂ ਰਹਿਣੀਆਂ ਨੇ, ਆਪਾਂ ਵਡਿਆਈ ਨਾਲ ਜੁੜਨਾ। ਸੋ ਅੱਜ ਵੀ ਬੜੇ ਢੋਂਗੀ ਨੇ, ਅੱਜ ਵੀ ਬੜੇ ਆਪਣੇ ਆਪਣੇ ਦਰਬਾਰ ਬਣਾ ਕੇ ਬੈਠੇ ਆ। ਆਹੇ ਜੀ ਇਹ ਪਰਮੇਸ਼ਰ ਦੇ ਦੁਆਰੇ ਨੇ। ਨਹੀਂ ਸਾਧ ਸੰਗਤ, ਦਰਬਾਰ ਸਾਹਿਬ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਮਹਾਰਾਜ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ ਸਾਰੇ ਪਿਆਰ ਨਾਲ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ सच्चे पातशाह कृपा कर। गुरु अर्जन साहब जी को नाम का आसरा है जी। गुरु अर्जन साहब जी को नाम दियां बरकतां ने जी। गुरु अर्जन साहब जी को धुरों दात है जी। इस करके उन्हां को रहमतां ने बख्शिशां ने होर बंदियां दी रीत दी छड्डो। गुरु रामदास जी दे भी पुत्र ने ते गुरु रामदास जी दे पुत्र ने बाबा प्रिथिया जी इको प्यो दे पुत्र हन, फिर भी बाबा प्रिथिया जी रीस नहीं कर सके जी। जतन ते बड़े कीते जी उन्होंने जी, पर उन्होंने कोल होई नहीं जी। क्यों? बाणी दा फैसला है, उन्हां की रीस करे सो भी गुच्चा है। ये सानू महाराज सच्चे पातशाह ने दसिया, किन्ने भी वड्डे हो जाओ सतगुरु दी रीस नहीं करनी। सतगुरु जी की रीस नहीं करनी। जेड़ा रीस करदा फिर वो खराब होता। सतगुर की रीसा होर कच पिच बोल दे से कूड़ेयार कूड़े झाड़ पड़ी। वो गुरु साहब की रीस करते पर गल नहीं बन सकती। ते महाराज कहते ना, रीसा करे ते नाड़ियां जो सेब है दर खड़ियां। हाँ जी, हुण जेड़े रब दी दरगाह च खलोते उन्हां दी कोई की रीस कर लेगा। महाराज गरीब नवाज सच्चे पातशाह मेहरां करन, बख्शिशां करन। श्री हरमंदर साहब वर्गे अस्थान जिन्ने मर्जी बन जाण। पिछे जे दुर्गा पूजा वास्ते पंडाल बनाया जी हरमंदर साहब वर्गा। चलो उन्होंने सुंदरता नूं मुख रखदिआं बना लिया जी। उवें सरोवर भी बनाया जी उन्होंने। पहला सरोवर दे विच घर पूरा पंडाल लाया, बिल्कुल सुनहरी कीता। जो मर्जी कर लैण दी, वो रूहानीयत कित्थों आएगी जी?
हाँ जी किहे थां दे दर्शन करके जां ओहो जी नकल करके उथे इशनान करके रामदास सरोवर नहाते सब लाथे पाप कमाते तो नहीं ना होना जी वो तो उत्थे ही होना है जी इस करके जे कोई करदा करी जावे पर ਇਹਦੀ ਰੀਸ नहीं हो सकती जी ਇਹ ਬਖਸ਼ਿਸ਼ਾਂ ਦੀ ਗੱਲ ਹੈ ਇਹ ਰਹਿਮਤਾਂ ਦੀ ਗੱਲ ਹੈ ਇਕੱਲੀ ਬਿਲਡਿੰਗ ਦੀ ਗੱਲ ਨਹੀਂ ਨਾ ਹੈਗੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪ